स्टेट लाइन ट्रक एंड ट्रेलर वर्जीनिया स्टेट लाइन ते लैके आए ने ट्रक एंड ट्रेलर रिपेयर शॉप इंटरस्टेट 81 दे एग्जिट 323 ऑपोजिट फ्लाइंग जे ट्रक शॉप जिथे ट्रकों की हर तरह की तसल्ली बख्श मुरम्मत की जाती है। इस दे नाल ही पार्किंग ते ऑफिस स्पेस भी है उपलब्ध। पूरी रात हफ्तावार या महीनावार पार्किंग अते ट्रक रिपेयर लई जरूर आओ। वधेरे जानकारी लई संपर्क करो 6812600050। प्याली कपड़ियां दी ते शॉपिंग होगी लाजवाब, पर ज्वेलरी किथों लैनी है? फिकर ना करो, जिथे लोग सूट देखते रह जाणगे उत्थे गहने दे डिजाइन दी भी तारीफ कीते बिना रहणगे नहीं, क्योंकि एसी ज्वेलर्स कैंट वालियां दे कोल है 22 कैरेट दे सोने दे गहने, औरतां मर्दां बच्चियां दे वन सवन्ने गहणियां दी बेशुमार ते लेटेस्ट वैरायटी। इन्हां दे शोरूम च सोने चांदी हीरियां दे गहने भरे रहंदे ने, जिथे है कुंदन सेट, जड़ाऊ सेट, पोलकी सेट, हीरे जड़े सेट, लाइट वेट नेकलेस, चेन, कड़े, चूड़ियां, नगा वालियां सोहणियां सोहणियां मुंदरियां, झुमके वालियां ते होर बथेरा कुछ। एसी ज्वेलर शटल विच हर हफ्ते नवी शिपमेंट आउंदी है। तुहाडे पसंद दे तुहाडे साइज मुताबिक गहने 2 हफ्तियां विच तैयार करवा के दिंदे हन ते रिपेयर भी करदे हन। 24 कैरेट सोने दे बिस्कुट खरीद अते बेच सकदे हो। 100% प्योर गारंटी वाले गहने लैण लई पहुंचो 25416 100 फोर्ट एवेन्यू, साउथ ईस्ट, कैंट। ਓਏ ਮੇਰੇ ਵੀਰ ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 360652 6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। USA ਦੀ ਵਨ ਆਫ ਦ ਬਿਗੇਸਟ ਕਾਰ ਡੀਲਰਸ਼ਿਪ ਜੋ ਬੈਥਲਮ PH ਹੈ, ਇੱਥੇ ਤੁਹਾਨੂੰ ਆਪਣੀ ਮਨਪਸੰਦ ਕਨਵਰਟੇਬਲ SUV ਜਾਂ ਫਿਰ ਟਰੱਕ ਰੈਡੀ ਸਟਾਕ ਮਿਲਦਾ ਹੈ। ਇਹ ਤੁਹਾਨੂੰ ਤੁਹਾਡੀ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਕਾਰ ਚੂਜ਼ ਕਰਨ 'ਚ ਮਦਦ ਕਰਦੇ ਨੇ। ਤੁਸੀਂ ਕਾਲ ਕਰ ਸਕਦੇ ਹੋ ਦਿਲਬਾਗ ਜਿੰਮੀ ਨੂੰ 6105704200 ਜਾਂ 4848988100 ਤੇ, ਜਾਂ ਇਹਨਾਂ ਦੇ ਬਿਜ਼ਨਸ ਸਟਾਰ ਆਟੋ ਮਾਲ 3439 ਬਾਥ ਪਾਈਕ ਬੈਥਲਮ PA ਦੇ ਵਿੱਚ ਵਿਜ਼ਿਟ ਕਰ ਸਕਦੇ ਹੋ। ਬੈਡ ਕ੍ਰੈਡਿਟ ਨੋ ਪ੍ਰੋਬਲਮ। ट्रकिंग वाले वीरो ध्यान नाल सुनो। ट्रक जिद्दां दा भी चलाउने हो, मैनुअल या ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब। लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी कोई अपॉइंटमेंट नहीं, ड्राइव थ्रू फैसिलिटी। एग्जिट 579 फ्रॉम हाईवे 401 इन नापनी। क्विक ट्रक ल्यूब, द वन स्टॉप शॉप। 5196220660 या quicktrucklube.com। QTL because we care। स्टेट लाइन ट्रक एंड ट्रेलर वर्जीनिया स्टेट लाइन ते लैके आए ने ट्रक एंड ट्रेलर रिपेयर शॉप इंटरस्टेट 81 दे एग्जिट 323 ऑपोजिट फ्लाइंग जे ट्रक शॉप जिथे ट्रकों की हर तरह की तसल्ली बख्श मुरम्मत की जाती है। इस दे नाल ही पार्किंग ते ऑफिस स्पेस भी है उपलब्ध। पूरी रात हफ्तावार या महीनावार पार्किंग अते ट्रक रिपेयर लई जरूर आओ। वधेरे जानकारी लई संपर्क करो 6812600050। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਤੇ ਅੱਜ ਖਬਰਾਂ ਵੀ ਕਾਫੀ ਨੇ ਤੇ ਬੜੀਆਂ ਅਹਿਮ ਖਬਰਾਂ। ਸੋ ਇਹਨਾਂ ਖਬਰਾਂ ਨੂੰ ਤੁਸੀਂ ਚੰਗੀ ਤਰ੍ਹਾਂ ਨਾਲ ਸੁਣ ਲਈ ਪਹਿਲਾਂ ਤੋਂ ਹੀ ਮੈਂ ਰਿਕੁਐਸਟ ਕਰਦਾ ਜੀ ਫੇਸਬੁੱਕ ਪੇਜ ਅਤੇ YouTube ਚੈਨਲ ਤੇ ਜੁੜੇ ਹੋਏ ਸਾਡੇ तमाम ਲਿਸਨਰਸ ਨੂੰ ਤੇ ਦਰਸ਼ਕਾਂ ਨੂੰ ਪਲੀਜ਼ ਵੱਧ ਤੋਂ ਵੱਧ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ। ਸੋ ਜਿੰਨਾ ਹੋ ਸਕੇ ਇਸ ਅੱਜ ਦੇ ਪ੍ਰੋਗਰਾਮ ਨੂੰ ਸ਼ੇਅਰ ਜ਼ਰੂਰ ਕਰਨਾ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ ਅੱਜ ਖਬਰਾਂ ਵਾਕਿਆ ਬੜੀਆਂ ਅਹਿਮ ਨੇ, ਪਰ ਸਭ ਤੋਂ ਪਹਿਲਾਂ ਤਾਂ RPG ਜਿਹੜੀ ਹਮਲਾ ਹੋਇਆ ਤਰਨਤਾਰਨ ਦੇ ਵਿੱਚ, ਅਸਲ ਦੇ ਵਿੱਚ ਹਮਲਾ ਹੁੰਦਾ ਜੀ। ਕੱਲ ਵੀ ਗੱਲਾਂ ਚਰਚਾ ਹੋ ਰਹੀਆਂ ਸੀ ਜੀ, ਸਾਡਾ ਜਿਹੜਾ ਗੋਦੀ ਮੀਡੀਆ ਉਹ ਤਾਂ ਇੱਕ ਪਾਸੇ ਪਾਕਿਸਤਾਨ ਵਾਲੇ ਪਾਸੇ ਹੀ ਬਹਿ ਗਿਆ ਜਾ ਕੇ ਵੀ ਉੱਧਰੋਂ ਬੰਦੇ ਲੈ ਲਏ ਤੇ ਹਾਂਜੀ ਪਾਕਿਸਤਾਨ ਨੇ ਹੀ ਹਮਲਾ ਕਰ ਦਿੱਤਾ, ਪਰ ਕਹਿੰਦੇ ਇਹਦੇ ਸਬੰਧ ਦੇ ਵਿੱਚ ਬੜੀ ਪੁਖਤਾ ਜਾਣਕਾਰੀ ਹੱਥ ਲੱਗੀ ਆ। ਬਿਲਕੁਲ ਜੀ, ਇਹਦੇ ਸਬੰਧ ਵਿੱਚ ਕੱਲ ਪੰਜਾਬ ਪੁਲਿਸ ਦੇ ਸਪੋਕਸਪਰਸਨ ਕਹਿ ਲਈਏ ਆਪਾਂ ਜਾਂ IG ਹੈੱਡਕੁਆਟਰ ਜੀ ਡਾਕਟਰ ਸੁਖਚੈਨ ਸਿੰਘ ਗਿੱਲ, ਉਹਨਾਂ ਨੇ
ਚੰਡੀਗੜ੍ਹ ਪੁਲਿਸ ਹੈੱਡਕੁਆਟਰ 'ਚ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਜੀ। ਉਸ ਪ੍ਰੈਸ ਕਾਨਫਰੰਸ ਜ਼ਰੀਏ ਉਹਨਾਂ ਨੇ ਕਿਹਾ ਕਿ ਸਾਡੇ ਹੱਥ ਹੂੰ ਪੁਖਤਾ ਜਾਣਕਾਰੀ ਲੱਗ ਚੁੱਕੀ ਹੈ। ਹੂੰ ਕੁਛ ਬੰਦਿਆਂ ਨੂੰ ਹਿਰਾਸਤ ਵਿੱਚ ਲਿਆ ਹੋਇਆ ਸੀ। ਜੀ। ਉਹਦੇ ਵਿੱਚੋਂ ਕਹਿੰਦੇ ਜਿਨ੍ਹਾਂ ਨੇ ਲੌਜਿਸਟਿਕ ਸਪੋਰਟ ਮੁਹੱਈਆ ਕਰਵਾਈ ਹੈ, ਹੂੰ ਭਾਵ ਜਿਨ੍ਹਾਂ ਬੰਦਿਆਂ ਨੇ ਬਾਈਕ ਦਿੱਤੀ ਹੈ, ਹੂੰ ਜਿਹਨੂੰ ਆਪਾਂ ਮੋਟਰਸਾਈਕਲ ਕਹਿ ਦਈਏ, ਜੀ। ਜਿਨ੍ਹਾਂ ਨੇ ਉਹਨਾਂ ਦੇ ਰਹਿਣ ਸਹਿਣ ਦਾ ਇੰਤਜ਼ਾਮ ਕੀਤਾ ਹੈ, ਹੂੰ ਔਰ ਉਹ ਬੰਦੇ ਜਿਹੜੇ ਕਾਰ ਤੇ ਆਉਂਦੇ ਹੈ ਜੀ। ਤੇ ਇੱਕ ਢਾਬੇ ਤੇ ਉੱਤੇ ਆ ਕੇ ਉਹ ਆਪਣਾ ਲੰਗਰ ਪਾਣੀ ਛਕਦੇ, ਇਹ ਸਾਰੀ ਚੀਜ਼ ਜਿਹੜੀ ਹੈਗੀ ਹੈ ਜਾਣਕਾਰੀ ਸਾਨੂੰ ਪ੍ਰਾਪਤ ਹੋ ਗਈ ਹੈ। ਹੂੰ ਲੌਜਿਸਟਿਕ ਜਿਹੜੀ ਹੈਗੀ ਹੈ Facility provide ਕਰਨ ਵਾਲੇ ਮੁਹੱਈਆ ਕਰਵਾਉਣ ਵਾਲੇ ਬੰਦੇ, ਹੂੰ ਉਹਨਾਂ ਨੂੰ ਉਹਨਾਂ ਨੇ ਹਿਰਾਸਤ ਵਿੱਚ ਲੈ ਲਿਆ ਹੈ ਤੇ ਬਾਕੀ ਬੰਦਿਆਂ ਨੂੰ ਫੜਨ ਵਾਸਤੇ ਕਹਿੰਦੇ ਵੀ ਬਹੁਤ ਤੇਜ਼ੀ ਦੇ ਨਾਲ ਅਸੀਂ ਕਾਰਵਾਈ ਕਰੀ ਜਾਂਦੇ ਹਾਂ। ਹੂੰ ਅਗਲੀ ਗੱਲ ਉਹਨਾਂ ਨੇ ਕਿਹਾ ਕਿ ਨਾ ਅਸੀਂ ਦੱਸ ਸਕਦੇ ਹਾਂ, ਹੂੰ ਪਰ ਦੱਸਣਾ ਚਾਹੁੰਦੇ ਨਹੀਂ, ਕਿਉਂਕਿ ਜੇ ਨਾ ਜਗ ਜ਼ਾਹਰ ਹੁੰਦੇ ਹੈ ਤਾਂ ਉਹ ਬੰਦੇ ਬਚ ਨਿਕਲਣਗੇ। ਇਹ ਗੱਲ ਵੀ ਠੀਕ ਹੈ ਜਿਹੜੀ ਗੋਦੀ ਮੀਡੀਆ ਵਾਲੇ ਗੱਲ ਕਰਦੇ, ਕਿ ਗੋਦੀ ਮੀਡੀਆ ਵਾਲੇ ਸਾਰੀ ਦੀ ਸਾਰੀ ਜ਼ਿੰਮੇਵਾਰੀ ਉਹ ਗੁਆਂਢੀ ਦੇਸ਼ ਦੇ ਉੱਤੇ ਪਾਈ ਜਾਂਦੀ, ਲੇਕਿਨ ਗੁਆਂਢੀ ਦੇਸ਼ ਦੇ ਨਾਲ ਨਾਲ ਸਾਡੇ ਆਪਣੇ ਵਿੱਚ ਵੀ ਕੁਛ ਕਾਲੀਆਂ ਭੇਡਾਂ ਹੈਗੀਆਂ। ਜੇ ਕਾਲੀਆਂ ਭੇਡਾਂ ਵਿਕਣ ਨੂੰ ਤਿਆਰ ਹੈ ਤਾਂ ਬੰਦਾ ਫੇਰ ਹੀ ਖਰੀਦੂਗਾ ਨਾ। ਜੇ ਵਿਕਣ ਨੂੰ ਬੰਦਾ ਕੋਈ ਤਿਆਰ ਨਾ ਹੋਵੇ ਤਾਂ ਕਿਵੇਂ ਹੋ? ਜੀ। ਇੱਕ ਗੱਲ। ਦੂਜੀ ਗੱਲ ਇਸ ਗੱਲ ਨੂੰ ਜੇ ਆਪਾਂ ਇਹ ਦੇਖੀਏ ਤੇ ਭਾਵੇਂ ਇਹਦੀ ਜ਼ਿੰਮੇਵਾਰੀ ਗੁਰਪਤਵੰਤ ਸਿੰਘ ਪੰਨੂ ਹੋਰਾਂ ਨੇ ਲਈ ਹੈ ਕਿ ਜੀ ਅਸੀਂ ਇਸ ਘਟਨਾ ਦੇ ਪਿੱਛੇ ਹਾਂ, ਜੀ। ਪਰ ਨਾਲ ਮੈਨੂੰ ਇਹਦੇ 'ਤੇ ਥੋੜ੍ਹਾ ਸ਼ੱਕ ਵੀ ਹੈ, ਹੂੰ ਕਿਉਂਕਿ ਗੁਰਪਤਵੰਤ ਸਿੰਘ ਪੰਨੂ ਹੋਰਾਂ ਦੀ ਇੱਕ ਆਦਤ ਹੈ ਜੀ ਕਿ ਜਦੋਂ ਕੋਈ ਵੀ ਵਾਰਦਾਤ ਹੋ ਜਾਏ ਉਹ ਜ਼ਿੰਮੇਵਾਰੀ ਇਹਦੀ ਮਿੰਟ 'ਚ ਲੈ ਲੈਂਦੇ ਕਿ ਜੀ ਅਸੀਂ ਕੀਤਾ। ਬਿਲਕੁਲ। ਪਰ ਜੇ ਅਸੀਂ ਉਹਨਾਂ ਦਾ ਐਲਾਨਨਾਮਾ ਦੇਖੀਏ, ਹੂੰ ਉਹਨਾਂ ਦਾ ਐਲਾਨਨਾਮਾ ਤਾਂ ਪੁਰਅਮਨ ਤਰੀਕੇ ਦੇ ਨਾਲ ਖਾਲਿਸਤਾਨ ਦੀ ਪ੍ਰਾਪਤੀ ਹੈ ਜੀ, ਜਿਹਦੇ ਵਾਸਤੇ ਰੈਫਰੈਂਡਮ ਵੀ ਕਰਵਾਈ ਜਾਂਦੀ ਹੈ। ਕੌਣ? ਗੁਰਪੰਤ ਪੰਨੂ? ਹਾਂਜੀ ਹਾਂਜੀ, ਗੁਰਪਤਵੰਤ ਸਿੰਘ ਪੰਨੂ ਹੋਰੀ ਜੀ। ਜਿਹੜਾ ਰੈਫਰੈਂਡਮ 2020 ਉਹਨਾਂ ਨੇ ਸ਼ੁਰੂ ਕੀਤਾ ਸੀ, ਉਹ ਝੰਡੇ ਝੁੰਡੇ ਲਵਾ ਕੇ ਤਾਂ ਪੈਸੇ ਦੇਣ ਦੀ ਗੱਲ ਕਰ ਦਿੰਦਾ ਹੈ। ਉਹ ਤਾਂ ਕਰਨਾ, ਇਹਦੀ ਵੀ ਜ਼ਿੰਮੇਵਾਰੀ ਲੈ ਲਈ। ਇੱਥੇ ਇਹ ਲੱਗਦੀ ਹੈ ਕਿ ਕਿਉਂਕਿ ਤੁਸੀਂ ਭੰਨਤੋੜ ਤਾਂ ਵਿਸ਼ਵਾਸ ਹੀ ਨਹੀਂ ਰੱਖਦੇ। ਹੁਣ ਮਸਲਨ ਜੇ ਥਾਣੇ ਦੇ ਉੱਤੇ ਜਿਹੜਾ ਉਹ ਅਟੈਕ ਕੀਤਾ ਹੈ, ਜੀ, ਆਪਾਂ ਤਾਂ ਵੈਸੇ ਪਹਿਲਾਂ ਇਹ ਗੱਲ ਕਹਿ ਦਿੱਤੀ ਸੀ ਕਿ ਖੁਫੀਆ ਏਜੰਸੀਆਂ ਨੇ ਇਹ ਰਿਪੋਰਟ ਕੀਤੀ ਹੈ, ਇਹਨਾਂ ਨੂੰ ਜਾਣਕਾਰੀ ਮੁਹੱਈਆ ਕੀਤੀ ਹੈ। ਜੇ ਉਹਨਾਂ ਨੇ ਥਾਣੇ ਤੇ ਹਮਲਾ ਕੀਤਾ ਤਾਂ ਥਾਣੇ ਦੇ ਵਿੱਚ ਜਿਹੜੇ ਲੋਕ ਤਾਇਨਾਤ ਹੈ ਜੀ, ਉਹ ਤਨਖਾਹਦਾਰ ਕਰਿੰਦੇ ਹੈ। ਉਹ ਕੋਈ ਜ਼ਰੂਰੀ ਤਾਂ ਨਹੀਂ ਉਹਨਾਂ ਦੇ ਵਿੱਚ ਵੀ ਜੇ ਉਹਨਾਂ ਨੇ ਪੁਲਿਸ ਦੀ ਵਰਦੀ ਪਾ ਲਈ, ਤੇ ਬਹੁਤ ਸਾਰੇ ਬੰਦੇ ਇਹੋ ਜਿਹੇ ਵੀ ਹੈਗੇ ਜਿਹੜੇ ਪੁਲਿਸ ਦੀ ਵਰਦੀ ਦੇ ਵਿੱਚ ਹੋ ਕੇ ਖਾੜਕੂ ਮੂਵਮੈਂਟ ਦੇ ਵਿੱਚ ਵੀ ਸੀਗੇ। ਬਿਲਕੁਲ ਸੀਗੇ। ਸੁੱਖਾ ਸਿਪਾਹੀ ਜਿਹਨੂੰ ਜਨਰਲ ਲਾਭ ਸਿੰਘ ਵਜੋਂ ਜਾਣਿਆ ਜਾਂਦਾ, ਉਹ ਕੌਣ ਸੀ? ਪੁਲਿਸ ਦੇ ਵਿੱਚ ਸੀ। ਜਨਰਲ ਸ਼ਵੇਕ ਸਿੰਘ ਜਿਨ੍ਹਾਂ ਨੇ ਆਪਰੇਸ਼ਨ ਬਲੂ ਸਟਾਰ ਦਾ ਮੁਕਾਬਲਾ ਕਰਨ ਵਾਸਤੇ ਜਿਹੜੀ ਵਿਉਂਤਬੰਦੀ ਕੀਤੀ ਸੀ, ਜਿਹੜੀ ਉੱਥੇ ਆਪਣੀਆਂ ਤਿਆਰੀਆਂ ਕੀਤੀਆਂ ਹੋਈਆਂ ਸੀ, ਤਾਂ ਉਹਨਾਂ ਨੇ ਕੀਤੀ ਹੈ। ਉਹ ਵੀ ਬੰਦੇ ਵਰਦੀ 'ਚ ਸੀ। ਵਰਦੀ ਦੇ ਵਿੱਚ ਹੋਣ ਦਾ ਮਤਲਬ ਇਹ ਨਹੀਂ ਕਿਉਂਕਿ ਬੰਦੇ ਨੇ ਆਪਣੇ ਰੋਜੀ ਰੋਟੀ ਦੀ ਖਾਤਰ, ਆਪਣੇ ਪਰਿਵਾਰ ਦੇ ਪਾਲਣ ਪੋਸ਼ਣ ਦੀ ਖਾਤਰ ਬੰਦਾ ਕਰਦਾ, 100 ਪਾਪੜ ਵੇਲਦਾ, ਜਿੱਥੋਂ ਨੌਕਰੀ ਮਿਲਦੀ ਹੈ ਬੰਦਾ ਕਰ ਲੈਂਦਾ। ਆ ਬਸ਼ੀਰ ਮੁਹੰਮਦ, ਇਹ ਵੀ ਬਸ਼ੀਰ ਮੁਹੰਮਦ ਜਿਹੜਾ ਹੈਗਾ ਉਹ ਵੀ ਤਾਂ ਪੁਲਿਸ ਕਾਂਸਟੇਬਲ ਹੀ ਸੀ। ਔਰ ਬਸ਼ੀਰ ਮੁਹੰਮਦ ਦਾ ਜਿਹੜਾ ਇਨਕਾਊਂਟਰ ਹੋਇਆ ਹੈ, ਉਹ ਇਨਕਾਊਂਟਰ ਜਾ ਕੇ ਹੁੰਦਾ ਤੁਹਾਡਾ ਬੰਗਾਲ ਦੇ ਵਿੱਚ। ਉਹਨੂੰ ਅਸੀਂ ਇਨਕਾਊਂਟਰ ਨਹੀਂ ਕਵਾਂਗੇ, ਉਹ ਇੱਕ ਤਰਫਾ ਅਟੈਕ ਕਵਾਂਗੇ ਜੀ। ਜਿਹੜੇ ਉਹ ਬੰਦੇ ਬਸ਼ੀਰ ਮੁਹੰਮਦ ਔਰ ਬਸ਼ੀਰ ਮੁਹੰਮਦ ਦੀ ਵਾਈਫ ਮੌਕੇ ਤੇ ਮਾਰੀ ਗਈ ਸੀ। ਔਰ ਫਿਰ ਤੁਹਾਨੂੰ ਪਤਾ ਵੀ ਉਸ ਮਾਮਲੇ ਨੇ ਪਹਿਲੀ ਵਾਰ ਮੇਰੇ ਯਾਦ ਆ ਦਾਨੇਲੀਆ ਸਾਹਿਬ, ਉਦੋਂ ਅੰਗਰੇਜ਼ੀ ਟ੍ਰਿਬਿਊਨ ਦੇ ਵਿੱਚ ਫਰੰਟ ਪੇਜ ਦੇ ਉੱਤੇ ਖਬਰ ਲੱਗੀ ਸੀ ਕਿਸੇ ਵੱਡੇ ਪੁਲਿਸ ਅਫਸਰ ਦੇ ਹਵਾਲੇ ਦੇ ਨਾਲ ਕਿ ਸਾਡੇ ਮਿਜ਼ਾਈਲ ਸਕੁਐਡ ਨੇ ਕਲਕੱਤੇ ਦੇ ਵਿੱਚ ਜਾ ਕੇ ਜਿਹੜੀ ਹੈਗੀ ਹਿੱਟ ਕੀਤਾ ਹੈ ਜੀ। ਮਿਜ਼ਾਈਲ ਸਕੁਐਡ ਕਿਹਾ ਗਿਆ ਸੀਗਾ ਜਿਹੜਾ ਤੁਹਾਡਾ ਇਹ ਗਏ ਹੋਏ ਸੀਗੇ ਚਹਿਲੋਰੀ ਸਾਰੇ, ਜਿਹੜੀ ਪੁਲਿਸ ਪਾਰਟੀ ਗਈ ਸੀ। ਲੇਕਿਨ ਉਹੀ ਚੀਜ਼ ਉਹਨਾਂ ਦੇ ਲਈ ਘਾਤਕ ਸਾਬਤ ਹੋਈ ਜੀ, ਕਿਉਂਕਿ ਇੱਕ ਵਕੀਲ ਨੇ, ਉਹਨਾਂ ਦਾ ਨਾਂ ਨਿਕਲ ਗਿਆ ਮੇਰੇ ਦਿਮਾਗ ਦੇ ਵਿੱਚੋਂ, ਵਕੀਲ ਸਾਹਿਬ ਦਾ ਕੀ ਨਾਂ ਸੀ, ਉਸ ਵਕੀਲ ਸਾਹਿਬ ਨੇ ਉਹ ਮਾਮਲਾ ਚੁੱਕਿਆ। ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਜੀ। ਸੁਪਰੀਮ ਕੋਰਟ ਨੇ ਉਸ ਪਟੀਸ਼ਨ ਦੇ ਆਧਾਰ ਦੇ ਉੱਤੇ ਉਹ ਮਾਮਲਾ CBI ਦੇ ਸਪੁਰਦ ਕਰਤਾ ਸੀ। ਤੇ ਫਿਰ CBI ਨੇ ਜਿਸ ਢੰਗ ਦੇ ਨਾਲ ਉਸ ਕੇਸ ਦੀ ਜਾਂਚ ਕੀਤੀ, ਤਫਤੀਸ਼ ਕੀਤੀ ਤੇ ਚਾਰਜ ਸ਼ੀਟ ਦਾਇਰ ਕੀਤੀ, ਗਵਾਹੀਆਂ ਭੁਗਤਾਈਆਂ, ਉਹਦਾ ਨਤੀਜਾ ਇਹ ਹੋਇਆ ਸੀ ਕਿ ਇੱਕ SP ਜੀ, ਇੱਕ DSP ਉਸ ਵੇਲੇ ਦੇ ਜਿਹੜੇ ਬਾਅਦ ਦੇ ਵਿੱਚ SSP ਰਿਟਾਇਰ ਹੋਏ ਹੈ, ਉਹ ਸਾਰੇ ਲੋਕ ਜਿਹੜੇ ਹੈਗੇ ਉਹ ਕਨਵਿਕਟ ਹੋ ਗਏ ਸੀ ਜੀ। ਔਰ ਉਹਨਾਂ ਦੀ ਜਿਹੜੀ ਹੈਗੀ ਹੈ ਫਿਰ ਜਿਹੜੀ ਕਨਵਿਕਸ਼ਨ ਦੀ ਮੁਆਫੀ ਉਹ ਸਰਕਾਰਾਂ ਨੇ ਮਿਲ ਮਿਲਾ ਕੇ ਕੇਂਦਰ ਦੇ ਨਾਲ ਗੱਲਬਾਤ ਕਰਕੇ ਤੇ ਉਹਨਾਂ ਦੀ ਉਹ ਮੁਆਫੀ ਕਰਵਾਈ ਸੀ। ਸੋ ਜੇ ਅਸੀਂ ਗੱਲ ਕਹੀਏ ਕਿ ਜਿਹੜਾ ਐਡਾ ਵੱਡਾ ਹੁਣ ਬਸ਼ੀਰ ਮੁਹੰਮਦ ਦੀ ਗੱਲ ਕਰ ਲਈਏ, ਆਪਾਂ ਜਨਰਲ ਲਾਭ ਸਿੰਘ ਦੀ ਗੱਲ ਕਰ ਲਈਏ, ਇਹ ਸਾਰੇ ਤਾਂ ਬੰਦੇ ਪੁਲਿਸ ਦੇ ਵਿੱਚੋਂ ਆਏ ਵੀ ਸੀ। ਬਿਲਕੁਲ। ਇਹਨਾਂ ਜੇ ਸਿਧਾਂਤਕ ਤੌਰ ਤੇ ਦੇਖੀਏ ਤਾਂ ਮਨੁੱਖਤਾ ਦੇ ਉੱਤੇ ਹਮਲਾ ਕਰਨਾ ਇਹ ਕਿਸੇ ਵੀ ਮੇਰਾ ਖਿਆਲ ਹੈ ਖਾਲਿਸਤਾਨ ਦੀ ਆਰਗੇਨਾਈਜੇਸ਼ਨ ਦਾ ਕੰਮ ਨਹੀਂ ਜੀ।
ਔਰ ਗੁਰਪਤਵੰਤ ਸਿੰਘ ਪੰਨੂ ਹੋਰਾਂ ਨੇ ਭਾਵੇਂ ਸਟੇਟਮੈਂਟ ਦਿੱਤੀ ਹੈ, ਲੇਕਿਨ ਜਿਹੜੇ ਬਹੁਤ ਸਾਰੇ ਲੋਕ ਉਹਨਾਂ ਦੇ ਨਾਲ ਹੈ, ਉਹਨਾਂ ਦੇ ਫੋਲੋਅਰ ਹੈ, ਉਹ ਸ਼ਾਇਦ ਇਸ ਗੱਲ ਨਾਲ ਸਹਿਮਤ ਨਹੀਂ ਹੋਣਗੇ। ਸ਼ਾਇਦ ਮੇਰਾ ਮੰਨਣਾ ਹੈ ਕਿ ਇਹ ਉਹਨਾਂ ਨੇ ਇੱਕ ਕਿਸਮ ਦਾ ਐਲਾਨ ਹੀ ਕਰ ਦਿੱਤਾ ਹੈ, ਇਹਦੇ 'ਚ ਕੋਈ ਗੱਲ ਨਹੀਂ। ਪਰ ਇਸ ਮਾਮਲੇ ਦੇ ਵਿੱਚ ਸਾਡੇ ਬੰਦੇ ਜ਼ਰੂਰ ਹੈ, ਔਰ ਜੋ ਸੈਂਟਰਲ ਏਜੰਸੀਆਂ ਦੀ ਇਨਪੁਟ ਸੀਗੀਆਂ ਜਿਹੜੀਆਂ ਉਹਨਾਂ ਨੇ ਪ੍ਰੋਵਾਈਡ ਕੀਤੀਆਂ ਸੀ, ਉਹਨਾਂ ਨੇ ਉੱਥੇ ਕਿਹਾ ਕਿ ਹੁਣ ਜਿਹੜੇ ਸਾਡੇ ਖਾੜਕੂ ਹੈ, ਉਹ ਖਾੜਕੂ ਸਿੱਧੇ ਤੌਰ ਦੇ ਉੱਤੇ ਆਪ ਨਹੀਂ ਇਨਵੋਲਵ ਹੁੰਦੇ। ਅੱਛਾ ਜੀ। ਖਾੜਕੂ ਇਸ ਵੇਲੇ ਜਿਹੜਾ ਹੈਗਾ, ਜਿਹੜਾ ਖਾੜਕੂਆਂ ਦਾ ਜਾਂ ਜਿਹਨਾਂ ਨੂੰ ਆਪਾਂ ਕਹਿ ਸਕੀਏ ਖਾਲਿਸਤਾਨ ਦੇ ਹਮੈਤੀ ਜਿਹੜੇ ਲੋਕ ਹੈ, ਉਹਨਾਂ ਦਾ ਤੇ ਗੈਂਗਸਟਰਾਂ ਦਾ ਇੱਕ ਨੈਕਸਸ ਬਣ ਚੁੱਕੇ ਹੈ, ਤੇ ਨਾਲ ਜਿਹੜੀਆਂ ਵਿਦੇਸ਼ੀ ਤਾਕਤਾਂ ਉਹ ਨੈਕਸਸ ਬਣ ਚੁੱਕਿਆ। ਉਹ ਨੈਕਸਸ ਹੀ ਸਾਰਾ ਕੁਛ ਕੰਮ ਕਰਦਾ ਹੈ। ਇਸ ਮਾਮਲੇ ਦੇ ਵਿੱਚ ਜੇ ਆਪਾਂ ਦੇਖੀਏ, ਡਾਕਟਰ ਸੁਖਚੈਨ ਸਿੰਘ ਗਿੱਲ ਨੇ ਜੋ ਗੱਲ ਕਹੀ ਹੈ, ਉਹ ਤੋਂ ਪਹਿਲਾਂ ਤੁਸੀਂ ਦੇਖਣਾ ਕਿ ਬੜੇ ਵੱਡੇ ਪੱਧਰ ਦੇ ਉੱਤੇ ਫੜੋਫੜੀ ਹੋਈ ਹੈ। ਕੱਲ ਵੀ ਆਪਾਂ ਜ਼ਿਕਰ ਕੀਤਾ ਸੀ ਕਿ ਪੁਲਿਸ ਮਹਿਕਮੇ ਦੇ ਵਿੱਚ ਵੀ ਕਾਫੀ ਤਬਦੀਲੀਆਂ ਕੀਤੀਆਂ, ਔਰ ਗੁਰਮੀਤ ਸਿੰਘ ਚੌਹਾਨ ਉਹਨਾਂ ਨੂੰ ਆਪਣੇ ਪ੍ਰੋਫੈਸ਼ਨਲ ਆਫੀਸਰ ਮੰਨਿਆ ਜਾਂਦਾ ਜੀ ਜੀ, ਨਾਲ ਇਸੇ ਮਹਿਕਮੇ ਨਾਲ SIT ਵਗੈਰਾ ਦੇ ਇਸੇ ਕਾਊਂਟਰ ਦੇ ਉਹ ਕੂਦੇ ਵਿੱਚ ਵੀ ਰਿਹਾ ਜੀ, ਐਂਟੀ ਟੈਰਰਿਸਟ ਸਕੁਐਡ ਦੇ ਵਿੱਚ ਵੀ ਹੈ। ਉਹਨਾਂ ਨੂੰ ਜਿਹੜੀ ਹੈਗੀ ਹੈ, ਜਿਹੜੀ ਆਪਣੇ ਤੁਹਾਡੇ ਇਹ ਚੌਹਾਨ ਸਾਹਿਬ ਹੈ, ਗੁਰਮੀਤ ਸਿੰਘ ਚੌਹਾਨ ਦਾ ਇੱਕ ਪਲੱਸ ਪੁਆਇੰਟ ਇਹ ਹੈ ਕਿ ਉਹ ਕੂਦੇ ਵਿੱਚ ਰਹਿਣ ਕਰਕੇ ਉਹਨਾਂ ਨੂੰ ਜਿਹੜੀਆਂ ਇੰਟੈਲੀਜੈਂਸ ਦੇ ਵਿੱਚੋਂ ਇਨਪੁਟਸ ਲੈਣੀਆਂ ਉਹ ਕੋਈ ਬਹੁਤੀਆਂ ਮੁਸ਼ਕਿਲ ਨਹੀਂ। ਉਹ ਭਾਵੇਂ ਪੰਜਾਬ ਦੀ ਇੰਟੈਲੀਜੈਂਸ ਹੋਵੇ ਜਾਂ ਪੰਜਾਬ ਦੀ ਇੰਟੈਲੀਜੈਂਸ ਤੋਂ ਬਾਅਦ ਜਿਹੜੀ ਹੈਗੀ ਹੈ ਕੇਂਦਰੀ ਏਜੰਸੀਆਂ ਹੁਣ ਉਹਨਾਂ ਨਾਲ। ਤੇ ਇੱਥੇ ਦੋ ਬੰਦਿਆਂ ਦਾ ਮੈਂ ਉਚੇਚੇ ਤੌਰ ਤੇ ਜ਼ਿਕਰ ਕਰਨਾ ਚਾਹੂੰਗਾ, DGP ਪੰਜਾਬ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦਾ। ਇਹਨਾਂ ਨੇ ਉਸੇ ਵੇਲੇ ਸਟੇਟਮੈਂਟ ਦਿੱਤੀ ਸੀ, ਇਹ ਨਹੀਂ ਇਹਨਾਂ ਨੇ ਕਿਹਾ ਸੀਗਾ ਜੀ ਅਸੀਂ ਆਪਣੇ ਆਪ ਹੀ ਸਾਰਾ ਕੁਛ ਨਹੀਂ ਜਿੱਤ ਲਵਾਂਗੇ। ਵੈਸੇ ਜੀ ਆਪਾਂ ਨੂੰ ਪਤਾ ਕਿ ਆਪਣੇ ਪੱਧਰ ਦੇ ਉੱਤੇ ਹੁਣ ਜਿਵੇਂ ਜਿਵੇਂ ਤੁਹਾਡਾ ਮਤਲਬ ਜਿਹੜਾ ਹੈਗਾ ਦਾਇਰਾ ਵਿਸ਼ਾਲ ਹੁੰਦਾ ਹੈ, ਉਹਦਾ ਮੁਕਾਬਲਾ ਵੀ ਤੁਹਾਨੂੰ ਵਿਸ਼ਾਲਤਾ ਨਾਲ ਹੀ ਕਰਨਾ ਪੈਣਾ ਹੈ। ਤੁਸੀਂ ਇਹ ਦੇਖੋ ਕਿ ਜੇ ਪੰਜਾਬ ਨੂੰ ਡਿਸਟਰਬ ਕਰਨ ਵਾਸਤੇ UP, ਰਾਜਸਥਾਨ, ਹਰਿਆਣਾ ਦੇ ਗੈਂਗਸਟਰ ਉਹਨਾਂ ਦੇ ਨਾਲ ਆ ਸਕਦੇ ਹੈ, ਜੇ ਵਿਦੇਸ਼ਾਂ ਦੇ ਵਿੱਚੋਂ ਸਪੋਰਟ ਉਹਨਾਂ ਨੂੰ ਮਿਲ ਸਕਦੀ ਹੈ, ਤਾਂ ਫਿਰ ਇਹ ਸੰਭਵ ਹੀ ਨਹੀਂ ਕਿ ਇਕੱਲੀ ਪੰਜਾਬ ਪੁਲਿਸ ਉਹਨਾਂ ਦਾ ਮੁਕਾਬਲਾ ਕਰੂਗੀ। ਇਹ ਪਹਿਲਾਂ ਵੀ ਗੱਲ ਆ ਚੁੱਕੀ ਹੈ, ਉੱਪਰਲੇ ਪੱਧਰ ਦੇ ਉੱਤੇ ਆ ਚੁੱਕੀ ਹੈ ਕਿ ਤੁਹਾਨੂੰ ਜਿੰਨੀ ਵੀ ਪੰਜਾਬ ਆ, ਹਰਿਆਣਾ ਹੈ, UT ਹੈ, ਚੰਡੀਗੜ੍ਹ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਰਾਜਸਥਾਨ ਤੇ ਨਾਲ UP ਇਨਕਲੂਡਿੰਗ ਜਿਹੜੀ ਹੈਗੀ ਦਿੱਲੀ ਦੀ ਸਪੈਸ਼ਲ ਜਿਹੜੀ ਹੈਗੀ ਉਹਨਾਂ ਦਾ ਸੈੱਲ ਹੈ, ਦਿੱਲੀ ਦੀ ਪੁਲਿਸ ਦੀ ਮਦਦ ਦੇ ਨਾਲ ਜੇ ਤੁਸੀਂ ਮਿਲ ਕੇ ਪੂਰੀ ਕੋਆਰਡੀਨੇਸ਼ਨ ਨਾਲ ਤਾਲਮੇਲ ਦੇ ਨਾਲ ਕੰਮ ਕਰੋਗੇ ਤਾਂ ਤੁਹਾਨੂੰ ਉਹਦੇ 'ਚ ਸਫਲਤਾ ਮਿਲ ਸਕਦੀ ਹੈ। ਔਰ ਪਿਛਲੇ ਸਮੇਂ 'ਚ ਆਪਾਂ ਦੇਖਿਆ ਵੀ ਹੈ ਕਿ ਸਿੱਧੂ ਮੂਸੇਵਾਲੇ ਦੇ ਮਰਡਰ ਕੇਸ ਨੂੰ ਜੇ ਆਪਾਂ ਕਰੈਕ ਕਰੀਏ ਕਿਹਨੇ ਕੀਤਾ, ਜੇ ਉਹਦਾ ਜੇ ਅਸਲ ਦਿੱਲੀ ਪੁਲਿਸ ਨੇ ਕੀਤੀ। ਜੇ ਜਿਹੜਾ ਹੈਗਾ ਡੇਰਾ ਪ੍ਰੇਮੀ ਦਾ ਕਤਲ ਹੁੰਦਾ ਹੈ, ਉਹ ਵੀ ਦਿੱਲੀ ਪ੍ਰਦੀਪ ਦਾ, ਉਹਨਾਂ ਬੰਦਿਆਂ ਨੂੰ ਜਿਹੜਾ ਹੈਗਾ ਕੁਝ ਘੰਟਿਆਂ ਬਾਅਦ ਹੀ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਦਿੱਲੀ ਪੁਲਿਸ ਗ੍ਰਿਫਤਾਰ ਕਰ ਲੈਂਦੀ ਹੈ। ਇਹ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਦਿੱਲੀ ਪੁਲਿਸ ਦੇ ਕੋਲੇ ਕੋਈ ਇਸ ਕਿਸਮ ਦੇ ਕੋਈ ਉਹਨਾਂ ਨੂੰ ਇਲਹਾਮ ਨਹੀਂ ਹੁੰਦਾ ਵੀ ਉੱਪਰੋਂ ਕੋਈ ਆਵਾਜ਼ ਆਉਂਦੀ ਕਰ ਦਿੰਦੀ। ਉਹਨਾਂ ਕੋਲੇ ਇਕੁਇਪਮੈਂਟ ਪੰਜਾਬ ਨਾਲੋਂ ਮਜ਼ਬੂਤ ਹੈ। ਜੇ ਆਪਾਂ ਦੇਖੀਏ ਤੁਹਾਡੀ NIA ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਹੈ ਜਾਂ CBI ਹੈ, ਇਹ ਨੈਸ਼ਨਲ ਇਨਵੈਸਟੀਗੇਸ਼ਨ ਤੇ CBI ਹੀ ਰਾਹ ਦੀ ਵੀ ਸਪੋਰਟ ਲੈ ਸਕਦੀ, ਰਾਹ ਦੇ ਨਾਲ ਉਹਨਾਂ ਦਾ ਵਟਾਂਦਰਾ ਕਰਦੇ ਵੀ ਹੈ। ਇਹ ਸਾਰੀਆਂ ਚੀਜ਼ਾਂ ਮਿਲ ਮਿਲਾ ਕੇ ਆਪਾਂ ਦੇਖੀਏ ਤਾਂ ਇਹਦਾ ਨਤੀਜਾ ਹੀ ਹੈ ਕਿ ਇੰਨੀ ਛੇਤੀ ਜਿਹੜਾ ਹੈਗਾ ਇਹਦੇ ਤੇ ਕਾਬੂ ਪਾਉਣ ਦੀ ਗੱਲ ਕਰਦੇ। ਤੇ ਗੁਰਮੀਤ ਸਿੰਘ ਚੌਹਾਨ ਕਿਉਂਕਿ ਉਹਨਾਂ ਦਾ ਤਜਰਬਾ ਇਹਨਾਂ ਸਾਰੀਆਂ ਜਿਹੜੀਆਂ ਏਜੰਸੀਆਂ ਦਾ ਆਪਾਂ ਜ਼ਿਕਰ ਕਰਦੇ ਹਾਂ, ਇਹਨਾਂ ਦੇ ਨਾਲ ਉਹਨਾਂ ਦੀ ਕੋਆਰਡੀਨੇਸ਼ਨ ਪਹਿਲਾਂ ਵੀ ਹੁੰਦੀ ਰਹੀ ਹੈ। ਇਸ ਕਰਕੇ ਕਿਉਂਕਿ ਉਹ day 1 ਤੋਂ ਹੀ ਮੇਰਾ ਖਿਆਲ ਜਦੋਂ ਤੋਂ DSP SP ਹੁੰਦੇ ਸੀ, SP ਤੋਂ ਲੈ ਕੇ ਹੁਣ ਤਾਂ ਉਹ IPS ਹੋ ਗਏ ਸ਼ਾਇਦ ਉਹਨਾਂ ਦੀ ਪ੍ਰਮੋਸ਼ਨ ਵਗੈਰਾ ਵੀ ਡਿਊ ਹੋਵੇ, ਉਹਨਾਂ ਨੇ ਉਦੋਂ ਤੋਂ ਲੈ ਕੇ ਜ਼ਿਆਦਾਤਰ ਰਹੀ ਇਸ ਮਹਿਕਮੇ 'ਚ ਔਰ ਤਜਰਬਾ ਦਾ ਤੁਹਾਨੂੰ ਪਤਾ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡਾ ਉਸਤਾਦ ਤੁਹਾਡਾ ਤਜਰਬਾ ਹੁੰਦਾ ਜੀ। ਸੋ ਇਹ ਤਾਂ ਢਿੱਲੋਂ ਸਾਹਿਬ ਇਹ ਸੀ। ਤੇ ਫਿਰ ਬਲਜਿੰਦਰ ਕੌਰ ਨੂੰ ਕਹਿੰਦੇ ਬਿਨਾਂ ਝੰਡੀ ਤੋਂ ਵਜ਼ੀਰੀ ਦੇ ਦਿੱਤੀ ਹੈ ਜੀ। ਇਹ ਪ੍ਰਮੋਸ਼ਨ ਹੈ ਜਾਂ ਉਹਨੂੰ ਵਿਕਟਮਾਈਜੇਸ਼ਨ ਹੈ ਜਾਂ ਖੁੱਡੇ ਲੈਣ ਲਾਇਆ, ਕੀ ਚੱਕਰ? ਦੇਖੋ ਦਾਨੇਵਾਲ ਸਾਹਿਬ 3-4 ਦਿਨਾਂ ਤੋਂ ਇਹ ਖਬਰਾਂ ਜਿਹੜੀਆਂ ਹੈਗੀਆਂ ਚੱਕਰ ਕੱਟ ਰਹੀਆਂ ਸੀ ਕਿ ਪੰਜਾਬ ਦੇ ਮੰਤਰੀ ਮੰਡਲ ਦਾ ਪੁਨਰ ਗਠਨ ਹੋ ਰਿਹਾ ਹੈ, ਫੇਰ ਬਦਲ ਹੋ ਰਿਹਾ ਹੈ। ਕੁਛ ਨਵੇਂ ਮੰਤਰੀ ਹੈ ਜਿਹੜੇ ਉਹਨਾਂ ਨੂੰ ਇੰਡਕਟ ਕੀਤਾ ਜਾ ਰਿਹਾ ਹੈ, ਔਰ ਪੁਰਾਣਿਆਂ ਦੀ ਜਿਹਨਾਂ ਦੀ ਕਾਰਗੁਜ਼ਾਰੀ ਢਿੱਲੀ ਹੈ ਉਹਨਾਂ ਨੂੰ ਫਾਰਗ ਕੀਤਾ ਜਾ ਰਿਹਾ। ਤੇ ਕੁਛ ਇੱਕ ਜਿਹੜੇ ਦਰਮਿਆਨੇ ਜਿਹੇ ਹੈ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦੇ ਮਹਿਕਮੇ ਤਬਦੀਲ ਕੀਤੇ ਜਾ ਰਹੇ ਤੇ ਚੰਗੇ ਅਫਸਰ ਉਹਨਾਂ ਦੇ ਨਾਲ ਲਾ ਕੇ ਉਹਨਾਂ ਦੇ ਮਹਿਕਮੇ ਕੁਛ ਕਰਨ, ਇਹ ਗੱਲਾਂ ਚੱਲ ਰਹੀਆਂ ਸੀ। ਉਹਦੇ ਵਿੱਚ ਜਿਹੜੀ ਗੱਲ ਸਭ ਤੋਂ ਜ਼ਿਆਦਾ ਉੱਭਰ ਕੇ ਆ ਰਹੀ ਸੀ ਉਹ ਸੀ ਕਿ ਉਹਨਾਂ ਲੋਕਾਂ ਨੂੰ ਪਹਿਲ ਦਿੱਤੀ ਜਾਊਗੀ ਜਿਨ੍ਹਾਂ ਲੋਕਾਂ ਨੇ ਜਾਂ ਜਿਨ੍ਹਾਂ ਉਮੀਦਵਾਰਾਂ ਨੇ ਵੱਡੇ ਭਲਵਾਨ ਢਾਏ ਹੈ। ਤੇ ਭਲਵਾਨ ਢਾਉਣ ਵਾਲਿਆਂ ਦੇ ਵਿੱਚ ਜੇ ਦੇਖੀਏ ਤਾਂ ਸਭ ਤੋਂ ਪਹਿਲਾਂ ਜੇ ਵੱਡਾ ਭਲਵਾਨ ਦੇਖੀਏ ਪੰਜਾਬ ਦੇ ਵਿੱਚ ਅੱਜ ਦੇ ਯੁੱਗ ਦੇ ਵਿੱਚ ਔਰ ਦੇਸ਼ ਦੇ ਸਭ ਤੋਂ ਸੀਨੀਅਰ ਪੋਲੀਟੀਸ਼ੀਅਨਾਂ ਦੇ ਵਿੱਚੋਂ ਇੱਕ
ਉਮਰ ਦੇ ਲਿਹਾਜ਼ ਨਾਲ ਵੀ ਜੀ। ਤਜਰਬੇ ਦੇ ਲਿਹਾਜ਼ ਨਾਲ ਵੀ ਉਹ ਪ੍ਰਕਾਸ਼ ਸਿੰਘ ਬਾਦਲ ਹੈ। ਪ੍ਰਕਾਸ਼ ਸਿੰਘ ਬਾਦਲ ਨੂੰ ਗੁਰਮੀਤ ਸਿੰਘ ਖੁੱਡੀਆਂ ਨੇ ਹਰਾਇਆ ਸੀ ਤੇ ਉਹਨਾਂ ਦਾ ਨਾਂ ਰਿਹਾ ਸੀ। ਇਸੇ ਤਰੀਕੇ ਪੁਰਾਣਿਆਂ ਦੇ ਵਿੱਚੋਂ ਜੇ ਆਪਾਂ ਦੇਖੀਏ ਤਾਂ ਬਲਜਿੰਦਰ ਕੌਰ ਦੂਜੀ ਵਾਰ MLA ਬਣੇ ਜੀ। ਔਰ ਦਾਨੀਆਲੀਆ ਸਾਹਿਬ ਇਹ ਵੀ ਆਪਾਂ ਨੂੰ ਦੇਖਣਾ ਪੈਣਾ ਕਿ ਜਦੋਂ ਪਿੱਛੇ 2019 ਦੇ ਵਿੱਚ ਚੋਣਾਂ ਹੋਈਆਂ ਪਾਰਲੀਮੈਂਟ ਦੀਆਂ ਚੋਣਾਂ ਵੇਲੇ ਕਿਹਨੂੰ ਕਿੱਥੋਂ ਲੜਾਇਆ ਜਾਵੇ, ਤੇ ਬਠਿੰਡਾ ਪਾਰਲੀਮਾਨੀ ਹਲਕੇ 'ਚੋਂ ਕਈ ਬੰਦਿਆਂ ਨਾਲ ਗੱਲ ਕੀਤੀ ਸੀ ਕਿ ਤੁਸੀਂ ਚੋਣ ਲੜੋ, ਤਾਂ ਸਾਰੇ ਭੱਜ ਗਏ ਸੀ। ਬਲਜਿੰਦਰ ਕੌਰ ਨੂੰ ਪਾਰਟੀ ਨੇ ਹੁਕਮ ਦਿੱਤਾ ਤੇ ਉਹ ਜੀ ਠੀਕ ਹੈ ਜੋ ਪਾਰਟੀ ਦਾ ਹੁਕਮ ਹੈ। ਔਰ ਤੁਹਾਨੂੰ ਪਤਾ ਵੀ ਉਸ ਚੋਣ ਨੂੰ ਪ੍ਰਭਾਵਿਤ ਕਰਨ ਵਾਸਤੇ ਉਦੋਂ ਇਲਜ਼ਾਮ ਵੀ ਲੱਗਦੇ ਰਹੇ ਕਿ ਸੁਖਪਾਲ ਸਿੰਘ ਖਹਿਰਾ ਇੱਕ ਅੰਡਰਸਟੈਂਡਿੰਗ ਦੇ ਨਾਲ ਉਚੇਚੇ ਤੌਰ ਤੇ ਇੱਥੇ ਆਏ ਵੇ, ਔਰ ਉਹਨਾਂ ਨੇ ਚੋਣ ਲਈ ਤੇ ਲੱਗਦਾ ਸੀ ਇਹ ਤੁਸੀਂ ਮੈਨੂੰ ਵੀ ਇਹ ਜਾਪਦਾ ਸੀ ਕਿ ਸੁਖਪਾਲ ਸਿੰਘ ਖਹਿਰਾ ਉਹਦੇ ਕੋਲੇ ਸਾਧਨ ਵੀ ਹੈ ਬਲਜਿੰਦਰ ਕੌਰ ਦੇ ਮੁਕਾਬਲੇ। ਬਲਜਿੰਦਰ ਕੌਰ ਠੀਕ ਹੈ, ਪੜ੍ਹੀ ਲਿਖੀ ਹੈ, ਪ੍ਰੋਫੈਸਰ ਹੈ, ਲੇਕਿਨ ਪੈਸਾ ਜਿਹੜਾ ਹੈਗਾ ਉਹ ਬਹੁਤ ਮੈਟਰ ਕਰਦਾ। ਬਿਲਕੁਲ ਪੈਸਾ ਉਹਨਾਂ ਦੇ ਕੋਲੇ ਹੈਗਾ, ਉਹਨਾਂ ਦੇ ਕੋਲੇ ਸ਼ਕਤੀ ਵੀ ਹੈ ਤੇ ਉਹ ਮੁਕਾਬਲਾ ਕਰਨਗੇ। ਤੇ ਮੈਨੂੰ ਇਹ ਜਾਪਦਾ ਸੀ ਕਿ ਬਲਜਿੰਦਰ ਕੌਰ ਦੀਆਂ ਵੋਟਾਂ ਖਹਿਰਾ ਸਾਹਿਬ ਨਾਲੋਂ ਘੱਟ ਜਾਣਗੀਆਂ। ਲੇਕਿਨ ਜਦੋਂ ਰਿਜ਼ਲਟ ਸਾਹਮਣੇ ਆਇਆ ਤੇ ਰਿਜ਼ਲਟ ਦੇ ਵਿੱਚ ਆਪਾਂ ਨੂੰ ਇਹ ਪਤਾ ਕਿ ਉਹਨਾਂ ਕੁਆਲਿਟੀਜ਼ ਤੋਂ ਬਲਜਿੰਦਰ ਕੌਰ ਨੂੰ ਵੋਟਾਂ ਮਿਲਦੀਆਂ ਜਿੱਥੋਂ ਆਸ ਹੀ ਨਹੀਂ ਸੀ। ਬਲਜਿੰਦਰ ਕੌਰ ਨੇ ਵਧੀਆ ਵੋਟਾਂ ਲਈਆਂ। ਵਧੀਆ ਵੋਟਾਂ ਲੈਣ ਤੋਂ ਬਾਅਦ ਫਿਰ ਇੱਕ ਮੌਕਾ ਉਹ ਆਇਆ ਜਦੋਂ ਪਾਰਟੀ ਹਾਈ ਕਮਾਂਡ ਦੇ ਦਿਮਾਗ ਦੇ ਵਿੱਚ ਜਿਹੜਾ ਹੈ ਬਲਜਿੰਦਰ ਕੌਰ ਦਾ ਨਾਮ ਬਸ ਗਿਆ। ਖਾਸ ਕਰਕੇ ਅਰਵਿੰਦ ਕੇਜਰੀਵਾਲ ਬਾਰੇ ਮੈਨੂੰ ਜਿੰਨੀ ਕੁ ਜਾਣਕਾਰੀ ਮਿਲੀ ਹੈ ਕਿ ਅਰਵਿੰਦ ਕੇਜਰੀਵਾਲ ਉੱਤੇ ਕਾਫੀ ਵਿਸ਼ਵਾਸ ਕਰਦੇ ਹੈ, ਕਿਉਂਕਿ ਦਿੱਲੀ ਦੇ ਵਿੱਚ 2013 ਤੋਂ ਬਾਅਦ ਜਿਹੜੀ ਅਗਲੀ 15 ਵਾਲੀ ਚੋਣ ਹੁੰਦੀ ਹੈ, 14 ਦੇ ਵਿੱਚ ਤਾਂ ਬਾਈ ਇਲੈਕਸ਼ਨ ਹੀ ਲੜੀ ਹੈ ਬਲਜਿੰਦਰ ਕੌਰ ਨੇ, ਤੇ ਬਾਈ ਇਲੈਕਸ਼ਨ ਵੀ ਜਦੋਂ ਬਲਜਿੰਦਰ ਕੌਰ ਹੋਣਾ ਨੇ ਲੜੀ ਆ ਉਦੋਂ ਵੀ ਇਹ ਨੌਕਰੀ ਛੱਡ ਕੇ ਆਈ ਸੀ ਜੀ। ਉੱਥੇ ਤਲਵੰਡੀ ਸਾਹਿਬ ਫਤਿਹਗੜ੍ਹ ਸਾਹਿਬ ਤੋਂ ਨੌਕਰੀ ਕਰਦੀ ਸੀ। ਉਹਨੇ ਨੌਕਰੀ ਛੱਡ ਕੇ ਆ ਕੇ ਇਲੈਕਸ਼ਨ ਲੜੀ ਸੀ। ਇਲੈਕਸ਼ਨ ਲੜ ਕੇ ਇੱਥੇ ਵਧੀਆ ਮੁਕਾਬਲਾ ਕੀਤਾ ਸੀ ਜੀ। ਉਹ ਮੁਕਾਬਲਾ ਕਰਨ ਦੇ ਵਿੱਚ ਉਹਨਾਂ ਨੂੰ ਇਹ ਵੀ ਪਤਾ ਵੀ ਹਾਂ ਠੀਕ ਹੈ। ਉਦੋਂ ਤੋਂ ਲੈ ਕੇ ਉਹਨੇ ਆਪਣੀ ਪਾਰਟੀ ਦੇ ਨਾਲ ਜਿਹੜੀ ਵਫਾਦਾਰੀ ਹੈ ਉਹਨੂੰ ਕਿਸੇ ਕਿਸਮ ਦੀ ਆਂਚ ਨਹੀਂ ਆਉਣ ਦਿੱਤੀ। ਹੁਣ ਤੁਸੀਂ ਦੇਖੋ ਜੇ ਆਪਾਂ ਤਜਰਬੇ ਦੇ ਲਿਹਾਜ਼ ਨਾਲ ਦੇਖੀਏ, ਸੀਨੀਅਰਿਟੀ ਦੇ ਲਿਹਾਜ਼ ਨਾਲ ਦੇਖੀਏ, ਤਾਂ ਮੇਰਾ ਮੰਨਣਾ ਹੈ ਕਿ ਜੇ ਸਰਦਾਰ ਭਗਵੰਤ ਸਿੰਘ ਮਾਨ 2014 ਦੇ ਵਿੱਚ ਪਾਰਲੀਮੈਂਟ ਦਾ ਮੈਂਬਰ ਬਣਦੇ ਹੈ, ਪੀਪਲਜ਼ ਪਾਰਟੀ ਆਫ ਪੰਜਾਬ ਨੂੰ ਛੱਡ ਕੇ ਆਉਂਦੇ ਜੀ। ਪਹਿਲਾਂ ਉਹ ਪੀਪਲਜ਼ ਪਾਰਟੀ ਆਫ ਪੰਜਾਬ ਦੇ ਵਿੱਚ ਸੀ, ਉਹ 2014 ਦੇ ਵਿੱਚ ਇਲੈਕਸ਼ਨ ਲੜਦੇ ਹੈ, ਤਾਂ ਇਮੀਡੀਏਟ ਬਾਅਦ 2014 ਦੇ ਵਿੱਚ ਜਦੋਂ ਜੀਤ ਮਹਿੰਦਰ ਸਿੰਘ ਸਿੱਧੂ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਦਿੰਦੇ ਹੈ ਤੇ ਅਸੈਂਬਲੀ ਤੋਂ ਵੀ ਅਸਤੀਫਾ ਦੇ ਦਿੰਦੇ ਹੈ, ਤੇ ਫਿਰ ਉਹ ਚੋਣ ਲੜਦੇ ਹੈ ਬਾਈ ਇਲੈਕਸ਼ਨ ਦੀ, ਤੇ ਬਾਈ ਇਲੈਕਸ਼ਨ ਦੇ ਵਿੱਚ ਵੀ ਬਲਜਿੰਦਰ ਕੌਰ ਆਉਂਦੀ ਹੈ। ਤੇ ਬਲਜਿੰਦਰ ਕੌਰ ਨੂੰ ਸੀਨੀਅਰਿਟੀ ਦੇ ਲਿਹਾਜ਼ ਨਾਲ ਦੇਖੀਏ ਤਾਂ ਇਹ ਭਗਵੰਤ ਸਿੰਘ ਮਾਨ ਦੇ ਲਗਭਗ ਬਰਾਬਰ ਹੈ। ਪਰ ਗੱਲ ਇਹ ਹੈ ਨਾ ਜੀ ਢਿੱਲੋਂ ਸਾਹਿਬ, ਜਿਹੜੀ ਚੀਜ਼ ਇਹਦੇ ਉੱਤੇ ਰਿਫਾਈਨਰੀ ਵਾਲਾ ਇਲਜ਼ਾਮਾਤ ਲੱਗਿਆ, ਜ਼ਮੀਨ ਦਾ ਲੱਗਿਆ, ਇਹ ਚੀਜ਼ਾਂ ਵੀ ਤਾਂ ਇਹਦਾ ਪਿੱਛਾ ਨਹੀਂ ਨਾ ਛੱਡਦੀ। ਉਹ ਤਾਂ ਇਲਜ਼ਾਮਾਂ ਵਾਲੀ ਜਗ੍ਹਾ ਆਪਾਂ ਜੇ ਇਸ ਤਰ੍ਹਾਂ ਸੁਣ ਤਾਂ ਮੈਨੂੰ ਲੱਗਦੀ ਵੀ 90% ਬੰਦੇ ਤਾਂ ਉਹ ਹੈ ਨਹੀਂ, ਉਹ ਤਾਂ ਫਿਰ ਆਮ ਆਦਮੀ ਪਾਰਟੀ 'ਚ ਇਲਜ਼ਾਮ ਲੱਗਣਾ ਤਾਂ ਬਹੁਤ ਵੱਡੀ ਗੱਲ ਹੈ। ਆਮ ਆਦਮੀ ਪਾਰਟੀ ਦੇ ਵਿੱਚ ਇਲਜ਼ਾਮ ਤਾਂ ਹੁਣ ਇੱਕ ਵਜ਼ੀਰ ਸਾਹਿਬ ਦਾ ਇੱਥੇ ਨਾਂ ਆ ਜਾਂਦਾ ਹੈ, ਜਿਹੜੇ ਇੱਥੇ ਇੱਕ ਦਿਨ DTO ਦੇ ਦਫ਼ਤਰ RTO ਦੇ ਦਫ਼ਤਰ ਦੇ ਵਿੱਚ ਹੀ ਬੈਠੇ ਸੀ ਤੇ ਨਾਲ ਸਨੀ ਢਿੱਲੋਂ ਵੀ ਬੈਠਾ ਸੀ ਜੀ। ਤੇ ਉਹ ਜਿਹੜੀਆਂ ਪੁਰਾਣੀਆਂ ਸਾਂਝਾਂ ਉੱਥੋਂ ਵਾਲੀਆਂ, ਤੇ ਪੱਤਰਕਾਰਾਂ ਨੇ ਪੁੱਛ ਵੀ ਲਿਆ ਸੀ ਵੀ ਤੁਸੀਂ ਕਿਵੇਂ ਬੈਠੇ ਹੋ ਜੀ, ਕਹਿੰਦੇ ਜੀ ਪੁਰਾਣੀਆਂ ਸਾਂਝਾਂ। ਹੋਰ ਵੀ ਬੜਾ ਕੁਛ ਲੱਗਦਾ, ਪਰ ਆਪਾਂ ਜੇ ਸੀਨੀਅਰਿਟੀ ਦੇ ਲਿਹਾਜ਼ ਨਾਲ ਦੇਖੀਏ, ਹੁਣ ਇਸ ਲਿਹਾਜ਼ ਦੇ ਨਾਲ ਤਾਂ ਬੜਾ ਕੁਛ ਜਿਹੜਾ ਹੈਗਾ ਤੁਹਾਡਾ ਭਗਵੰਤ ਸਿੰਘ ਮਾਨ ਹੋਰਾਂ ਬਾਰੇ ਵੀ ਜੇ ਆਪਾਂ ਦੇਖੀਏ ਵੀ ਆਮ ਆਦਮੀ ਪਾਰਟੀ ਦੇ ਬੰਦੇ ਤੋਂ ਇਹ ਆਸ ਤਾਂ ਨਹੀਂ ਨਾ ਕੀਤੀ ਜਾ ਸਕਦੀ ਕਿ ਜਿਹੇ ਜਿਹੇ ਇਲਜ਼ਾਮ ਉਹਨਾਂ ਤੇ ਲੱਗਦੇ ਤੇ ਉਹ ਉਹਦੇ 'ਚ ਹੋਵੇ। ਹਾਲਾਂਕਿ ਤੁਹਾਨੂੰ ਪਤਾ ਕਿ ਭਗਵੰਤ ਸਿੰਘ ਮਾਨ ਦੇ ਉੱਤੇ ਇਲਜ਼ਾਮ ਜ਼ਿਆਦਾ ਲੱਗਦੇ। ਮੈਂ ਉਹਨੂੰ ਵੈਸੇ ਪ੍ਰਾਈਵੇਟ ਮਾਮਲਾ ਹੈ, ਨਿੱਜੀ ਮਾਮਲਾ, ਮੈਂ ਇਹਨੂੰ ਕੋਈ ਬਹੁਤੀ ਤਰਜੀਹ ਨਹੀਂ ਦਿੰਦਾ। ਕੋਈ ਜੋ ਮਰਜ਼ੀ ਆ ਖਾਵੇ ਪੀਵੇ ਪਹਿਨੇ, ਉਹਦਾ ਆਪਦਾ ਮਾਮਲਾ ਹੈ, ਬਿਲਕੁਲ ਇਹਦੇ ਤੇ ਕੋਈ ਕਿਸੇ ਦੀ ਕੋਈ ਗੱਲ ਨਹੀਂ ਹੈ। ਪਰ ਜੇ ਇੱਕ ਵੱਡਾ ਇਕੱਠ ਕੀਤਾ ਜਾਵੇ ਤੇ ਉੱਥੇ ਕਸਮਾਂ ਪਾਈਆਂ ਜਾਣ ਕਿ ਜੇ ਅੱਜ ਤੋਂ ਬਾਅਦ ਆਪਾਂ ਇਹ ਕੰਮ ਨਹੀਂ ਕਰਦੇ ਤੇ ਬੰਦਾ ਫਿਰ ਵੀ ਕਰੇ, ਇਹਦੇ ਇਸ ਲਿਹਾਜ਼ ਨਾਲ ਤਾਂ ਹਮਾਮ ਦੇ ਵਿੱਚ ਕੋਈ ਬੜਾ ਫਰਕ ਨਹੀਂ, ਸਾਰਿਆਂ 'ਚ ਇੱਕੋ ਜਿਹੀ ਆਉਂਦੀ ਹੈ। ਪਰ ਆਪਾਂ ਜਿਹੜੀ ਗੱਲ ਕਰਦੇ ਹਾਂ ਵੀ ਸੀਨੀਅਰਿਟੀ ਦੇ ਲਿਹਾਜ਼ ਨਾਲ ਉੱਥੇ ਆਉਂਦੇ, ਮੈਂ ਅਗਲੀ ਗੱਲ ਤਾਂ ਕਰਨੀ ਸੀ, ਉਹ ਅਗਲੀ ਗੱਲ ਇਹ ਕਰਨੀ ਸੀ। ਤੇ ਇੱਕ ਸਮਾਂ ਉਹ ਆਇਆ ਸੀ ਜਦੋਂ ਭਗਵੰਤ ਸਿੰਘ ਮਾਨ ਹੋਰੀ ਇਸ ਗੱਲ ਦੇ ਉੱਤੇ ਥੋੜਾ ਖਫਾ ਹੋ ਗਏ ਸੀ ਕਿ ਮੈਨੂੰ ਬਤੌਰ ਮੁੱਖ ਮੰਤਰੀ ਪੇਸ਼ ਕਿਉਂ ਨਹੀਂ ਕੀਤਾ ਗਿਆ। ਔਰ ਭਗਵੰਤ ਸਿੰਘ ਮਾਨ ਹੋਰੀ ਤੁਹਾਡੇ ਯਾਦ ਹੋਣਾ ਹੈ ਇੱਕ ਸਮਾਂ ਆਇਆ ਸੀ ਜਦੋਂ ਇੱਕ ਘਰੇ ਵੀ ਬਹਿ ਗਏ ਸੀ ਜੀ। ਹਾਂ ਬਹਿ ਗਏ ਸੀ ਉਦੋਂ। ਉਹ ਸਮਾਂ ਉਹ ਸੀ ਜਦੋਂ ਕੇਜਰੀਵਾਲ ਹੋਰਾਂ ਨੇ ਮਾਫੀ ਮੰਗ ਲਈ ਸੀ। ਇਹਨਾਂ ਨੇ ਠੀਕ ਹੈ ਇੱਕ ਵੱਖਰਾ ਆਪਦਾ ਸਿਸਟਮ ਬਣਾ ਲਿਆ ਸੀ ਖਹਿਰੇ ਹੋਰਾਂ ਨੇ, ਤੇ ਉਸ ਵੇਲੇ ਇਹਨਾਂ ਨੇ ਵੀ ਆਪਣੀ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਸੀ। ਫਿਰ ਮਲਕ ਨੇ ਅਸਤੀਫਾ ਦੁਬਾਰਾ ਫੇਰ ਫੜ ਲਿਆ ਸੀ ਜੀ। ਜੋ ਮੈਨੂੰ ਜਾਣਕਾਰੀ ਮਿਲੀ ਹੈ ਕਿ ਅਸਲ ਦੇ ਵਿੱਚ ਉਸ ਵੇਲੇ ਕਿ ਸਾਡੀ ਪਾਰਟੀ ਦਾ ਚਿਹਰਾ ਕੌਣ ਹੋਵੇ। ਜੈਸੇ ਜੇ ਆਪਾਂ ਦੇਖੀਏ ਤਾਂ ਜਿਹੜੇ ਹੈਗੇ ਤੁਹਾਡੇ ਅਰਵਿੰਦ ਕੇਜਰੀਵਾਲ ਦੀ ਇਹ ਫਿਤਰਤ ਹੈ, ਉਹਦਾ ਇਹ ਸੁਭਾਅ ਹੈ ਕਿ ਉਹ ਆਪ ਤੋਂ ਬਗੈਰ ਤਾਂ ਕਿਸੇ ਨੂੰ ਕੋਈ ਤਰਜੀਹ ਨਹੀਂ ਦਿੰਦਾ। ਜਿੰਨੀਆਂ ਵੀ ਵੋਟਾਂ ਮੰਗਦੀਆਂ ਉਹ ਹਰ ਥਾਂ ਦੇ ਉੱਤੇ ਕਿ ਮੇਰੇ ਜਿਹੜੀ ਨਰਿੰਦਰ ਮੋਦੀ ਵਾਲੀ ਸਾਹਿਬ ਹੈ, ਨਰਿੰਦਰ ਮੋਦੀ ਸਾਹਿਬ ਇੱਥੇ ਹਿਮਾਚਲ 'ਚ ਬੋਲਿਆ ਕਿ
ਹਿਮਾਚਲ ਦੇ ਵਿੱਚ ਉਹਨਾਂ ਨੇ ਇੱਕ ਕੈਂਡੀਡੇਟ ਦੇ ਨਾਲ ਸਿੱਧੀ ਗੱਲ ਵੀ ਕੀਤੀ ਵਾਹ ਟੈਲੀਫੋਨ ਵੀ ਭਾਈ ਤੂੰ ਬਹਿ ਜਾ। ਬਹਿ ਜਾ। ਦੂਜੇ ਪਾਸੇ ਜਦੋਂ ਉਹਨਾਂ ਨੇ ਦੇਖਿਆ ਕਿ ਕੁਝ ਕੈਂਡੀਡੇਟਸ ਦੇ ਪ੍ਰਤੀ ਲੋਕਾਂ ਦੇ ਵਿੱਚ ਜਿਹੜਾ ਹੈਗਾ ਗੁੱਸਾ ਹੈ, ਤਾਂ ਉਹਨਾਂ ਨੇ ਸ਼ਬਦ ਪਤਾ ਕੀ ਬੋਲੇ ਸੀ ਕਿ ਤੁਸੀਂ ਕਮਲ ਦੇ ਫੁੱਲ ਦੇ ਉੱਤੇ ਜਿਹੜੀ ਹੈਗੀ ਹੈ ਬਟਨ ਦਬਾਓ, ਜਦੋਂ ਇਹ ਬਟਨ ਦਬਾਓਗੇ ਇਹ ਹਰ ਵੋਟ ਜਿਹੜੀ ਹੈਗੀ ਹੈ ਨਰਿੰਦਰ ਮੋਦੀ ਦੇ ਖਾਤੇ 'ਚ ਗਿਣੀ ਜਾਊਗੀ। ਇਹ ਮੇਰੇ ਕੋਲੇ ਆਏ ਨਹੀਂ ਤੁਹਾਡੀ ਵੋਟ, ਤੁਸੀਂ ਵੋਟ ਮੈਨੂੰ ਪਾਉਣੀ। ਕੰਪੇਨ ਕਰਦੇ ਆਪਣੇ ਕੈਂਡੀਡੇਟਸ ਵਾਸਤੇ, ਪਰ ਵੋਟ ਆਪਦੇ ਨਾਂ ਤੇ ਮੰਗਦੇ। ਇਹੀ ਗੁਜਰਾਤ ਦੇ ਵਿੱਚ ਆਪਾਂ ਦੇਖੀਦਾ, ਗੁਜਰਾਤ ਦੇ ਵਿੱਚ ਵੀ ਨਰਿੰਦਰ ਮੋਦੀ ਨੇ ਆਪਣੇ ਨਾਂ ਦੇ ਉੱਤੇ, ਉੱਥੇ ਕੋਈ ਮੁੱਖ ਮੰਤਰੀ ਦਾ ਕੋਈ ਨਾਂ ਨਹੀਂ ਜਾਣਦਾ, ਬਿਲਕੁਲ ਉਹਨਾਂ ਨੇ ਆਪਣੇ ਨਾਂ ਤੇ। ਸੇਮ ਪੋਜੀਸ਼ਨ ਆਪਾਂ ਦੇਖੀਏ ਦਿੱਲੀ ਦੇ ਵਿੱਚ ਇੱਕ ਮੌਕਾ ਕੇਜਰੀਵਾਲ ਨੂੰ, ਪੰਜਾਬ ਦੇ ਵਿੱਚ ਇੱਕ ਮੌਕਾ ਕੇਜਰੀਵਾਲ ਨੂੰ, ਗੁਜਰਾਤ ਦੇ ਵਿੱਚ ਇੱਕ ਮੌਕਾ ਕੇਜਰੀਵਾਲ ਨੂੰ, ਹਿਮਾਚਲ ਦੇ ਵਿੱਚ ਵਿਚਾਲੇ ਛੱਡ ਗਏ। ਇਹ ਵੱਖਰੀ ਗੱਲ ਹੈ, ਠੀਕ ਹੈ ਨਾ। ਉਦੋਂ ਜਿਹੜਾ ਹੈਗਾ ਕੇਜਰੀਵਾਲ ਕਦੇ ਕਿਸੇ ਬੰਦੇ ਨੂੰ ਕੋਈ ਬਹੁਤੀ ਅਹਿਮੀਅਤ ਨਹੀਂ ਦੇਣ ਵਾਲੀ ਗੱਲ ਹੁੰਦੀ। ਇਹ ਠੀਕ ਹੈ, ਭਗਵੰਤ ਸਿੰਘ ਮਾਨ ਜਿਹੜੇ ਹੈਗੇ ਆ ਉਹ ਸੈਲੀਬ੍ਰਿਟੀ ਹੈ ਜੀ, ਉਹਦੀ ਜਿਹੜੀ ਹੈਗੀ ਆ ਕਟਾਕਸ਼ ਕਰਨ ਦੀ ਕਲਾ, ਉਹਨੇ ਸਿਸਟਮ ਦੇ ਉੱਤੇ ਕਟਾਕਸ਼ ਕੀਤਾ ਤੇ ਲੋਕ ਪਸੰਦ ਕਰਦੇ ਆ ਉਹਨੂੰ ਪੰਜਾਬ ਦੇ। ਪੰਜਾਬ ਦੇ ਵਿੱਚ ਤਾਂ ਐਨ ਆਖਰੀ ਮੌਕੇ ਦੇ ਉੱਤੇ ਆ ਕੇ ਉਹਦਾ ਨਾਂ ਅਨਾਉਂਸ ਕੀਤਾ ਸੀ। ਉਹ ਜਦੋਂ ਭਗਵੰਤ ਸਿੰਘ ਮਾਨ ਥੋੜਾ ਗੁੱਸੇ ਹੋ ਗਏ ਸੀ, ਉਸ ਵੇਲੇ ਪਾਰਟੀ ਹਾਈ ਕਮਾਂਡ ਦੇ ਵਿੱਚੋਂ ਬਹੁਤ ਸਾਰੇ ਲੋਕ ਇਹ ਸੋਚਣ ਲੱਗ ਗਏ ਸੀ ਕਿ ਸਾਡੇ ਕੋਲ ਚਿਹਰਾ ਅਗਲਾ ਕੌਣ ਹੋਵੇ ਜੀ, ਤੇ ਚਿਹਰੇ ਦੇ ਵਿੱਚ ਬਲਜਿੰਦਰ ਕੌਰ ਦਾ ਨਾਂ ਆਉਂਦਾ ਸੀ। ਹੁਣ ਅਗਲੀ ਗੱਲ, ਰਾਜਨੀਤੀ ਦੇ ਵਿੱਚ ਉਸ ਬੰਦੇ ਨੂੰ ਨਕੰਮਾ ਰਾਜਨੀਤਿਕ ਸਮਝਿਆ ਜਾਂਦਾ। ਸਾਡੇ ਇਸ ਸਿਸਟਮ ਦੇ ਵਿੱਚ ਜਿਹੜਾ ਬੰਦਾ ਆਪਦੇ ਵਿਰੋਧੀ ਨੂੰ ਬਖਸ਼ ਦੇ, ਵਿਰੋਧੀ ਨੂੰ ਕਦੇ ਕੋਈ ਬਖਸ਼ਦੇ ਨਹੀਂ। ਤੁਸੀਂ ਇਕੱਲੇ ਬੰਦੇ ਤੇ ਲੈ ਲਓ, ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਕੀ ਪਰਿੰਡਾ ਲੜਿਆ ਸੀ, ਉਸ ਬੰਦੇ ਨੂੰ ਕੈਬਨਿਟ ਦੇ ਵਿੱਚ ਕਿਉਂ ਨਹੀਂ ਲਿਆ ਜੀ? ਆਪਾਂ ਸਾਰੇ ਸੋਚਦੇ ਸਾਰੇ ਕਿ ਪੁਲਿਸ ਦਾ ਤਜਰਬਾ ਹੈ, ਉਸ ਬੰਦੇ ਨੂੰ ਲਾਅ ਐਂਡ ਆਰਡਰ ਦੇ ਨਾਲ ਨਜਿੱਠਣ ਵਾਸਤੇ ਗ੍ਰਹਿ ਵਿਭਾਗ ਦਿੱਤਾ ਜਾਂਦਾ ਹੈ। ਪਰ ਪੰਜਾਬ ਦੇ ਵਿੱਚ ਜ਼ਿਆਦਾਤਰ ਸਮੇਂ 'ਚ ਆਪਾਂ ਦੇਖਿਆ ਕਿ ਗ੍ਰਹਿ ਵਿਭਾਗ ਚੀਫ ਮਿਨਿਸਟਰ ਕੋਲੇ ਹੀ ਰਹਿੰਦਾ। ਬਿਲਕੁਲ ਸਿਰਫ ਤੇ ਸਿਰਫ ਚੰਨੀ ਦੇ ਜ਼ਮਾਨੇ ਦੇ ਵਿੱਚ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕੋਲੇ, ਜਾਂ ਫਿਰ ਉਦੋਂ ਹਰਚਰਨ ਬਰਾੜ ਵੇਲੇ ਹਰਚਰਨ ਸਿੰਘ ਬਰਾੜ ਵੇਲੇ ਆਏ, ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੇਲੇ ਵੀ ਇੱਕ ਵਾਰੀ ਬਣ ਗਏ ਸੀ ਤੁਹਾਡੇ ਸੁਖਬੀਰ ਬਾਦਲ, ਉਹ ਤਾਂ ਘਰ ਦੀ ਗੱਲ ਗਿਣੋ। ਨਹੀਂ, ਮੈਂ ਤੁਹਾਨੂੰ ਦੱਸਾਂ ਸੁਰਜੀਤ ਸਿੰਘ ਬਰਨਾਲਾ ਵੇਲੇ ਜੀ, ਸੁਰਜੀਤ ਸਿੰਘ ਬਰਨਾਲਾ ਵੇਲੇ ਕੈਪਟਨ ਕਮਲਜੀਤ ਸਿੰਘ ਕੋਲੇ ਗ੍ਰਹਿ ਵਿਭਾਗ ਹੁੰਦਾ ਸੀ। ਠੀਕ ਹੈ ਜੀ, ਤੁਹਾਡੇ ਯਾਦ ਹੋਣਾ ਉਦੋਂ ਕੈਪਟਨ ਕਮਲਜੀਤ ਸਿੰਘ ਜਿਹੜੇ ਹੈਗੇ ਗ੍ਰਹਿ ਵਿਭਾਗ ਹੁੰਦੇ ਸੀ। ਜ਼ਿਆਦਾਤਰ ਮਾਮਲੇ 'ਚ ਰਹਿੰਦਾ ਉਹਨਾਂ ਦੇ ਕੋਲ। ਸੋ ਜੇ ਆਪਾਂ ਦੇਖੀਏ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਉਹਨੂੰ ਕਿਉਂ ਨਹੀਂ, ਕਿਉਂਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਵਿੱਚ ਲਿਆਕਤ ਵੀ ਹੈ। ਉਹ ਹਾਲਾਂਕਿ ਪ੍ਰਵਾਸੀ ਹੈ ਪੰਜਾਬ ਵਾਸਤੇ, ਲੇਕਿਨ ਪੰਜਾਬ ਦੇ ਲੋਕਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਿਲਾਂ ਦੇ ਵਿੱਚ ਘਰ ਕੀਤਾ, ਲੋਕ ਨੂੰ ਚੰਗਾ ਸਮਝਦੇ। ਹੁਣ ਇਹ ਦੇਖੋ ਕਿ ਇੱਕ ਆਈਜੀ ਨੂੰ ਛੱਡ ਕੇ ਇੱਕ ਥਾਣੇਦਾਰ ਸਾਹਿਬ ਨੂੰ ਬਣਾਤਾ। ਉਹਦਾ ਕਾਰਨ ਕੀ ਸੀ? ਇਹੋ ਸੀ। ਸੋ ਪੋਜੀਸ਼ਨ ਜਿਹੜੀ ਹੈ, ਚਲੋ ਆਪਾਂ ਹੁਣ ਗੱਲ ਬੜੀ ਦੂਰ ਲੈ ਗਏ ਹਾਂ। ਇਹੀ ਚੀਜ਼ ਜੇ ਆਪਾਂ ਦੇਖੀਏ, ਸਰਦਾਰ ਭਗਵੰਤ ਸਿੰਘ ਮਾਨ ਚਾਚਾ ਕਹਿੰਦਾ ਹੁੰਦਾ ਸੀ ਸੁੱਚਾ ਸਿੰਘ ਛੋਟੇਪੁਰ। ਬਿਲਕੁਲ। ਤੇ ਫਿਰ ਜਿਹੜਾ ਉਹ ਇੱਕ ਕੀ ਕਹਿੰਦੇ ਸੀ ਸਟਿੰਗ ਹੋਇਆ, ਅੱਜ ਤੱਕ ਸਟਿੰਗ ਸਾਹਮਣੇ ਨਹੀਂ ਆਇਆ। ਸਟਿੰਗ ਹੀ ਰਹਿ ਗਿਆ। ਤੇ ਉਹਨੂੰ ਉਹਦੀ ਸਥਿਤੀ ਕੀ ਕਰਤੀ, ਉਹ ਕਿੱਥੇ ਗਿਆ? ਉਹ ਤੋਂ ਬਾਅਦ HS ਫੂਲਕਾ, ਜਦੋਂ HS ਫੂਲਕਾ ਦਾ ਨਾਮ ਬੋਲਣ ਲੱਗ ਗਿਆ ਸੀ ਪੰਜਾਬ ਦੇ ਚੀਫ ਮਿਨਿਸਟਰ ਵਾਸਤੇ, ਉਦੋਂ ਵੀ ਇੱਕ ਵੀਡੀਓ ਵਾਇਰਲ, ਇੱਕ ਆਡੀਓ ਵਾਇਰਲ ਹੋਈ ਸੀ। ਉਹ ਆਡੀਓ ਕਿਹਦੀ ਸੀ? ਉਹ ਆਡੀਓ ਸੀ ਭਗਵੰਤ ਸਿੰਘ ਮਾਨ ਹੋਰਾਂ ਦੀ ਤੇ ਧਰਮਵੀਰ ਗਾਂਧੀ ਹੋਰਾਂ ਦੀ। ਜਦੋਂ ਫੂਲਕਾ ਸਾਹਿਬ ਦੇ ਖਿਲਾਫ ਵੀ ਕਾਫੀ ਮਤਲਬ ਸਾਰਾ ਕੁਝ ਕੀਤਾ ਗਿਆ ਸੀ, ਉਹ ਹੋ ਗਿਆ। ਸੁੱਚਾ ਸਿੰਘ ਛੋਟੇਪੁਰ ਹੋ ਗਿਆ, HS ਫੂਲਕਾ ਹੋ ਗਿਆ। ਤੇ ਫਿਰ ਜਦੋਂ ਕੇਜਰੀਵਾਲ ਨੇ ਮਾਫੀ ਮੰਗ ਲਈ, ਤੇ ਉਸ ਮਾਫੀ ਤੋਂ ਬਾਅਦ ਭਗਵੰਤ ਸਿੰਘ ਮਾਨ ਨੇ ਵੀ ਅਸਤੀਫਾ ਦੇ ਦਿੱਤਾ ਤੇ ਖਹਿਰਾ ਸਾਹਿਬ ਵੀ ਲਾਭੇ ਹੋ ਗਏ। ਤੇ ਫਿਰ ਖਹਿਰਾ ਸਾਹਿਬ ਨੂੰ ਲਾਂਭੇ ਹੋਣ ਤੋਂ ਬਾਅਦ ਜਿਹੜਾ ਸਭ ਤੋਂ ਪਹਿਲਾ ਕੰਮ ਕੀਤਾ ਵੀ ਭਗਵੰਤ ਸਿੰਘ ਮਾਨ ਨੇ ਤਾਂ ਫਿਰ ਜੁਆਇਨ ਕਰ ਲਿਆ ਕਿ ਪ੍ਰਧਾਨਗੀ ਆਪਦੀ ਵਾਪਸ ਲੈ ਲਈ, ਤੇ ਸੁਖਪਾਲ ਸਿੰਘ ਖਹਿਰਾ ਇੱਕ ਲਾਈਨ ਦੇ ਨਾਲ ਵੀ ਇਹਨੂੰ ਹਟਾਤਾ ਤੇ ਹਰਪਾਲ ਸਿੰਘ ਚੀਮਾ ਲਾਤਾ। ਠੀਕ ਹੈ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ। ਹੁਣ ਤੁਹਾਡਾ ਸਵਾਲ ਹੈ ਕਿ ਪ੍ਰਮੋਸ਼ਨ ਹੋਈ ਹੈ ਕਿ ਡਿਮੋਸ਼ਨ ਹੋਈ ਹੈ? ਪ੍ਰਮੋਸ਼ਨ ਹੋਈ ਹੈ, ਕਿਉਂਕਿ ਬਲਜਿੰਦਰ ਕੌਰ ਦਾ ਨਾਂ ਹੁਣ ਆ ਰਿਹਾ ਸੀ ਕਿ ਬਲਜਿੰਦਰ ਕੌਰ ਵੀ ਮੰਤਰੀ ਬਣ ਸਕਦੀ ਹੈ। ਜੇ ਮੰਤਰੀ ਬਣ ਗਈ ਤਾਂ ਉਹਦਾ ਵੀ ਵੱਡਾ ਦੇਣਾ ਪੈਣਾ। ਜੇ ਮੰਤਰੀ, ਚਲੋ ਨਾ ਵੀ ਦੇਣ, ਮੰਤਰੀ ਤਾਂ ਮੰਤਰੀ ਹੁੰਦਾ ਹੈ। ਮੰਤਰੀ ਬਣ ਕੇ ਜੇ ਤੁਸੀਂ ਕੈਬਨਿਟ ਦੇ ਵਿੱਚ ਆ ਗਏ ਤਾਂ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਦੇਖੋ ਨਾ, ਇੱਕ ਬੜੀ, ਮੈਂ ਇਹਨੂੰ ਸਮਝਦਾ ਬਹੁਤ ਕੈਲਕੂਲੇਟਡ ਜਿਹੜੀ ਹੈਗੀ ਮੂਵ ਸੀ। ਜਦੋਂ ਬਲਜਿੰਦਰ ਕੌਰ ਨੂੰ ਸੈਕਟਰ 39 ਦੇ ਵਿੱਚ ਕੋਠੀ ਦਿੱਤੀ ਗਈ ਸੀ, ਉਹਦੇ ਤੇ ਪ੍ਰਤਾਪ ਸਿੰਘ ਬਾਜਵਾ ਨੇ ਸਵਾਲ ਵੀ ਉਠਾਇਆ ਸੀ LOP ਜੀ, ਲੀਡਰ ਆਫ ਆਪੋਜੀਸ਼ਨ ਨੇ, MLA ਨੂੰ, ਵੀ ਇਹ ਕਿਹੜੇ ਕਿਸ ਕੋਠੇ 'ਚ ਦਿੱਤੀ, ਤੁਸੀਂ ਕਿਵੇਂ ਦਿੱਤੀ, ਕਿਹੜਾ ਪ੍ਰੋਟੋਕੋਲ ਹੈ? ਉਸੇ ਵੇਲੇ ਜਿਹੜਾ ਇਹਨਾਂ ਨੂੰ ਚੀਫ ਵਿਪ ਬਣਾਇਆ, ਬੜਾ ਸਮਾਂ ਨਹੀਂ ਹੋਇਆ, ਚੀਫ 9 ਮਹੀਨੇ ਤਾਂ ਸਰਕਾਰੀ ਹੈ, ਤੇ ਚੀਫ ਵਿਪ ਬਣਾਤਾ। ਹੁਣ ਜਿਹੜਾ ਹੈਗਾ ਚੀਫ ਵਿਪ ਨੂੰ ਪਾਰਟੀ ਦਾ ਹੁੰਦਾ, ਉਹ ਤਾਂ ਸਰਕਾਰ ਦਾ ਨਹੀਂ ਹੁੰਦਾ। ਕੱਲ ਹੁਣ ਕੈਬਨਿਟ ਦੇ ਵਿੱਚ ਉਹ ਰੈਜੂਲੇਸ਼ਨ ਆ ਗਿਆ ਕਿ ਚੀਫ ਵਿਪ ਜਿਹੜਾ ਹੈਗਾ ਰੂਲਿੰਗ ਪਾਰਟੀ ਦਾ ਚੀਫ ਵਿਪ, ਉਹਨੂੰ ਜਿਹੜਾ ਹੈਗਾ ਮੰਤਰੀ ਦਾ ਰੁਤਬਾ ਦਿੱਤਾ ਜਾਵੇ। ਇਹਦਾ ਫਿਰ ਰਾਹ ਖੋਲਤਾ ਅਗਲੇ ਲਈ। ਫਿਰ
ਮੈਂ ਇੱਥੇ ਕਰ ਰਿਹਾ ਨਾ 75 ਸਾਲਾਂ 'ਚ ਪਹਿਲੀ ਵਾਰ ਜਿਹੜਾ ਹੋਇਆ, ਜਿਹੜੇ ਕਹਿੰਦੇ 75 ਸਾਲਾਂ 'ਚ ਪਹਿਲੀ ਵਾਰ ਹੋਇਆ ਤੇ 75 ਸਾਲਾਂ 'ਚ ਇਹ ਪਹਿਲੀ ਵਾਰ ਹੋਇਆ। ਪਾਰਲੀਮਾਨੀ ਸਕੱਤਰਾਂ ਤੇ ਰੌਲਾ ਪੈਂਦਾ ਸੀ, ਫਿਰ ਇਸ ਗੱਲ ਦੇ ਉੱਤੇ ਰੌਲਾ ਪੈਂਦਾ ਸੀ ਕੈਪਟਨ ਅਮਰਿੰਦਰ ਸਿੰਘ ਨੇ ਕਿੰਨੇ OST ਬਣਾ ਲਈ। ਕਦੇ ਵੀ ਆਪਾਂ ਇਹ ਤਾਂ ਦੇਖਿਆ ਨਹੀਂਗਾ ਵੀ ਤੁਹਾਡਾ ਵਿਪ ਨੂੰ ਤੁਸੀਂ ਮੰਤਰੀ ਦਾ ਰੁਤਬਾ ਦੇਵੋਗੇ। ਵੈਸੇ ਵੀ ਇਹ ਮਾਮਲਾ ਅਗਾਂਹ ਜਾਊਗਾ, ਕੋਰਟ 'ਚ ਤਾਂ ਜਾਊਗਾ ਪੱਕਾ। ਨਹੀਂ, ਪਹਿਲਾਂ ਇਹ ਅਸੈਂਬਲੀ 'ਚ ਜਾਊਗਾ, ਅਸੈਂਬਲੀ 'ਚੋਂ ਐਕਟ ਬਣਾਉਣਗੇ। ਪਰ ਕਿਉਂਕਿ ਇਹ ਫਿਰ ਉਸ ਲਾਹ ਵਾਲੇ ਉਹਦੇ ਵਾਲੇ ਮਾਮਲੇ 'ਚ ਆ ਗਿਆ, ਕੋਰਟ ਜਾਊ ਤੇ ਕੋਰਟ ਦੇ ਵਿੱਚ ਇਹ ਰਹਿਣਾ ਨਹੀਂ। ਉਦੋਂ ਤੱਕ ਮੇਰੇ ਖਿਆਲ ਮੁਤਾਬਕ ਹੈ ਕਿ ਬਲਜਿੰਦਰ ਕੌਰ ਨੂੰ ਮੰਤਰੀ ਮੰਡਲ ਦੇ ਲਾਗੇ ਨਾ ਆਉਣ ਦਿੱਤਾ ਜਾਵੇ। ਇਹ ਇੱਕ ਪਲੈਨਿੰਗ ਹੈ ਤੇ ਉਸ ਪਲੈਨਿੰਗ ਦੇ ਹਿੱਸੇ ਵਜੋਂ ਹੀ ਇਹ ਸਾਰਾ ਕੁਝ ਕੀਤਾ ਕਰਾਇਆ, ਨਹੀਂ ਤਾਂ ਕਿਵੇਂ ਹੋ ਸਕਦਾ। ਮੈਂ ਜਿਹੜੀਆਂ ਤੁਹਾਨੂੰ ਮਿਸਾਲਾਂ ਦਿੱਤੀਆਂ, ਔਰ ਮਾਫ ਕਰਨਾ ਵੀ ਗੁਰੂ ਜਿਨ੍ਹਾਂ ਦੇ ਟੱਪਣੇ ਤੇ ਚੇਲੇ ਜਾਣ ਛੜੱਪ, ਤੇ ਜਿਹੜੇ ਗੁਰੂ ਜੀ ਦੇ ਨਾਲ ਰਹੇ ਵੀ ਹੈ ਉਹ ਗੁਰੂ ਜੀ ਨੇ ਕੁਛ ਗੁਰਤਾ ਦਿੱਤੇ ਹੋਣਗੇ ਨਾ। ਵੈਸੇ ਤਾਂ ਉਹ ਕਹਿੰਦੇ ਹੁੰਦੇ ਆ ਨਾ ਵੀ ਵੈਸੇ ਗੁਰੂ ਤਾਂ ਆਪ ਤਾਂ ਡਿੱਗ ਪਿਆ, ਆਪ ਤਾਂ ਬੁਰੀ ਤਰ੍ਹਾਂ ਹਾਲਤ ਹੋ ਗਿਆ ਵੀ ਉਹ ਕੈਪਟਨ ਅਮਰਿੰਦਰ ਸਿੰਘ ਸੀ ਵੀ ਮੈਂ ਜਦੋਂ ਕਹਿੰਦਾ ਹੁੰਦਾ ਸੀਗਾ ਵੀ ਯਾਰ ਆਪਾਂ ਕਿਸਾਨਾਂ ਦਾ ਕਰਜ਼ਾ ਮਾਫ ਕਰਨਾ, ਪੈਸੇ ਪੂਸੇ ਵਿੱਤ ਮੰਤਰੀ ਨੂੰ ਕਿੰਨੇ ਕਹੇ, ਤੇ ਕਹਿੰਦਾ ਸੀ ਜੀ ਹੈ ਨਹੀਂ। ਜਿੱਦੇ ਮੈਂ ਲੈ ਕੇ ਤੇ ਚਰਨਜੀਤ ਸਿੰਘ ਜੀ ਕਹਿੰਦਾ ਫਾਟਕੀ ਖੋਲਤਾ ਸਾਰਾ, ਪੈਸੇ ਡਿੱਗਣ ਲੱਗ ਪਏ ਜਿਵੇਂ ਬੋਲ ਡਿੱਗਦਾ ਹੁੰਦਾ ਇਸ ਤਰ੍ਹਾਂ ਦੇ ਹਿਸਾਬ ਨਾਲ। ਤਾਂ ਜਿਵੇਂ ਮਤਲਬ ਤੁਸੀਂ ਦੇਖੋ ਆਪ ਤਾਂ ਭਾਵੇਂ ਡਿੱਗ ਪਿਆ, ਲੇਕਿਨ ਉਹਨਾਂ ਦੇ ਕੁਛ ਜਿਹੜੇ ਹੈਗੇ ਆ ਗੁਣ ਉਹਨੇ ਹਾਸਲ ਕੀਤੇ ਹੋਏ, ਜਿਨ੍ਹਾਂ ਗੁਣਾਂ ਦਾ ਨਤੀਜਾ ਇਹ ਹੈ ਵੀ ਇਹਨੂੰ ਪ੍ਰਮੋਸ਼ਨ ਕਹੀਏ ਤੇ ਇਹਨੂੰ ਡਿਮੋਸ਼ਨ ਕਹੀਏ। ਵਕਤੀ ਤੌਰ ਤੇ ਬੀਬੀ ਬਲਜਿੰਦਰ ਕੌਰ ਕਹਿ ਸਕਦੀ ਵੀ ਹਾਂ ਮੈਂ ਬਣ ਗਈ ਵਜ਼ੀਰ, ਪਰ ਮੇਰੇ ਖਿਆਲ ਮੁਤਾਬਕ ਇਹ ਵਜ਼ਾਰਤ ਨਹੀਂ, ਇਹ ਵਜ਼ਾਰਤ ਵਾਲਾ ਮਾਮਲਾ ਜਿਹੜਾ ਹੈਗਾ ਉਹਦੇ ਤੇ ਫੁੱਲ ਸਟਾਪ ਲਾਇਆ ਕਿ ਨਹੀਂ ਬੀਬਾ ਜੀ। ਇਹ ਉਹ ਜਿਹੜੇ ਉਹ ਖੁੱਡੇ ਲੈਣ ਲਾਉਂਦੇ ਸੀ ਉਹੀ ਘਰ ਵਾਂਗੂ ਇਹਨੇ ਕੰਮ ਕਰਤਾ ਜੀ। ਹਾਂਜੀ। ਵਾਸ਼ਿੰਗਟਨ ਫਰੇਟ ਸਰਵਿਸ ਜਿਹੜੀ ਸ਼ੈਟਲ ਏਰੀਆ 'ਚ ਓਨਰ ਆਪਰੇਟਰ ਤੇ ਡਰਾਈਵਰ ਹਾਇਰ ਕਰ ਰਹੀ ਹੈ ਜੀ, ਪੰਜਾਬੀ ਤੇ ਇੰਗਲਿਸ਼ 'ਚ ਡਿਸਪੈਚ ਕਰਦੇ ਨੇ। ਗੁਰਿੰਦਰ ਸਿੰਘ ਢਾਲੀਵਾਲ ਨਾਲ 2063544060 ਤੇ ਜਗਦੇਵ ਸੰਧੂ ਹੋਰਾਂ ਨਾਲ 2532666924 ਦੇ ਉੱਤੇ ਕਾਲ ਕਰ ਸਕਦੇ ਹੋ। ਡਾਕਟਰ ਹਰਮਿੰਦਰ ਗਿੱਲ ਹੋਰਾਂ ਨਾਲ ਤੁਸੀਂ 408 737 7100 ਦੇ ਉੱਤੇ ਅਪੁਆਇੰਟਮੈਂਟ ਬਣਾ ਸਕਦੇ ਹੋ। ਇਹ ਤੁਹਾਡੀ ਦਵਾਈ ਤੁਹਾਡੇ ਘਰੇ ਪੁੱਜਦੀ ਕਰਦੇ ਨੇ। ਸੈਟਲ ਏਰੀਆ ਦੇ ਵਿੱਚ ਹਰ ਤਰ੍ਹਾਂ ਦੀ ਕੰਸਟਰਕਸ਼ਨ ਕਰਨ ਦੇ ਲਈ ਗੁਰਿੰਦਰ ਗਰੇਵਾਲ ਹੋਰਾਂ ਦੇ ਨਾਲ 2069415454 ਦੇ ਉੱਤੇ ਕਾਲ ਕਰ ਸਕਦੇ ਹੋ। ਮਾਲਵਾ ਟਰੱਕ ਲਾਈਨਰ ਟ੍ਰੇਲਰ ਰਿਪੇਅਰ ਸਰਵਿਸ ਵਰਜੀਨੀਆ ਦੇ ਸ਼ਹਿਰ ਮਨਾਸਿਸ ਦੇ ਵਿੱਚ ਹੈ ਜੀ, ਰੈਜ਼ੀਡੈਂਸੀ ਰੋਡ ਦੇ ਉੱਤੇ ਹਾਈਵੇ 66 ਐਗਜ਼ਿਟ 43 ਤੇ। ਫੋਨ ਨੰਬਰ ਹੈ ਜੀ 8043728800। ਇਹਨਾਂ ਕੋਲੇ ਤੁਸੀਂ ਰੀਫਰ ਦੀ ਹਰ ਤਰ੍ਹਾਂ ਦੀ ਰਿਪੇਅਰ ਕਰਾ ਸਕਦੇ ਹੋ। ਇਹਨਾਂ ਦੀ ਵਰਕਸ਼ਾਪ ਦੇ ਵਿੱਚ ਐਡਵਾਂਸ ਕਿਸਮ ਦੀਆਂ ਮਸ਼ੀਨਾਂ ਨੇ, ਤੁਸੀਂ ਡੈਫ ਕਲੀਨਿੰਗ ਤੋਂ DOT ਸੇਫਟੀ ਤੋਂ ਟਰੱਕ ਸਭ ਕੁਝ ਕਰਵਾ ਸਕਦੇ ਹੋ। ਪੰਜਾਬ ਟਰੱਕ ਐਂਡ ਟ੍ਰੇਲਰ ਰਿਪੇਅਰ ਇਹਨਾਂ ਦਾ ਇੱਕੋ ਇੱਕ ਨਿਸ਼ਾਨਾ ਗਰੰਟਿਡ ਗ੍ਰੇਟ ਐਂਡ ਕੁਇਕ ਸਰਵਿਸ। ਲੋਕੇਸ਼ਨ ਹੈ ਜੀ 1315 ਵੈਸਟਰਨ ਹਨਾ ਐਵੀਨਿਊ ਇੰਡੀਅਨੈਪਲਿਸ। ਫੋਨ ਨੰਬਰ ਹੈ 3179797205 ਜਾਂ 6612045818 ਦੇ ਉੱਤੇ ਕਾਲ ਕਰ ਸਕਦੇ ਹੋ। 661 204 5818 ਦੇ ਉੱਤੇ ਹਰ ਤਰ੍ਹਾਂ ਦੇ ਅਕਾਊਂਟਸ, ਬਿਜ਼ਨਸ ਟੈਕਸਿਸ ਅਤੇ ਸਟੇਟ ਟੈਕਸਿਸ ਦੀਆਂ ਸੇਵਾਵਾਂ ਲੈਣ ਦੇ ਲਈ, ਜਾਂ ਫਿਰ ਪੇਰੋਲ ਆ ਜਾਂ ਪੇਰੋਲ ਟੈਕਸਿਸ ਨੇ, ਤਾਂ ਤੁਸੀਂ ਐਕੂਰੇਟ ਅਕਾਊਂਟਸ ਐਂਡ ਟੈਕਸਿਸ ਵਾਲੇ ਮਹਿੰਦਰ ਸਿੰਘ ਸੋਲ ਤੇ ਲੋਕਪਾਲ ਸਿੰਘ ਸੋਲ ਹੋਰਾਂ ਦੇ ਨਾਲ 2535208886 ਦੇ ਉੱਤੇ ਸੰਪਰਕ ਕਰ ਸਕਦੇ ਹੋ। ਲੋਕੇਸ਼ਨ ਇਹਨਾਂ ਦੀ ਕੈਂਟ ਵਾਸ਼ਿੰਗਟਨ 'ਚ ਹੈ, ਪਰ ਤੁਸੀਂ ਕਿਤੇ ਵੀ ਬੈਠੇ ਹੋ ਇੱਕ ਵਾਰੀ ਗੱਲਬਾਤ ਜ਼ਰੂਰ ਕਰੋ। ਮੱਖਣ ਨਾਗਰਾ ਹੋਰਾਂ ਦੇ ਸਪਾਈਸ ਪਲੇਸ ਇੰਡੀਅਨ ਰੈਸਟੋਰੈਂਟ ਤੋਂ ਤੁਸੀਂ ਫੂਡ ਆਰਡਰ ਵੀ ਕਰ ਸਕਦੇ ਹੋ, ਕੈਟਰਿੰਗ ਵੀ ਕਰਵਾ ਸਕਦੇ ਹੋ, ਜਾਂ ਫਿਰ ਔਨਲਾਈਨ ਡਿਲੀਵਰੀ ਵੀ ਮੰਗਾ ਸਕਦੇ ਹੋ। ਲੋਕੇਸ਼ਨ ਹੈ 104 ਐਵੀਨਿਊ ਕੈਂਟ ਦੇ ਉੱਤੇ, ਤੇ ਦੂਜੀ ਹੈ ਜੀ 1520 ਬਰਾਡਵੇ ਸਿਆਟਲ 'ਚ। ਫੋਨ ਨੰਬਰ ਹੈ 2063531699 ਤੇ 2532467296 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਤੇ ਢਿੱਲੋਂ ਸਾਹਿਬ, ਹੁਣ ਆਪਾਂ ਗੱਲ ਕਰੀਏ ਬਲਜਿੰਦਰ ਕੌਰ ਹੋਰਾਂ ਦੀ, ਤਾਂ ਆਪਾਂ ਗੱਲ ਕਰ ਲਈ ਹੈ। ਵੈਸੇ ਵਾਕਿਆ ਤੁਸੀਂ ਜਿਹੜੀ ਗੱਲ ਕਹੀ ਹੈ ਵੀ ਜਿੱਥੋਂ ਟ੍ਰੇਨਿੰਗ ਸ਼ੁਰੂ ਹੋਈ ਹੈ ਉੱਥੋਂ ਬੰਦਾ ਗੁਣ ਤਾਂ ਲੈ ਹੀ ਲੈਂਦਾ ਕੁਛ ਨਾ ਕੁਛ। ਬਿਲਕੁਲ। ਤੇ ਹੁਣ ਆਪਾਂ ਗੱਲ ਕਰੀਏ ਜੀ ਕੋਟਕਪੂਰਾ ਗੋਲੀकांड ਮਾਮਲੇ ਦੇ ਵਿੱਚ। ਆਖਰ ਫਿਰ ਸੁਖਬੀਰ ਸਿੰਘ ਬਾਦਲ SIT ਅੱਗੇ ਪੇਸ਼ ਹੋਈ ਗਏ ਜੀ? ਨਹੀਂ ਜੀ, ਇਹ ਕੋਈ ਪਹਿਲਾ ਮੌਕਾ ਨਹੀਂ। ਸੁਖਬੀਰ ਸਿੰਘ ਬਾਦਲ ਪਹਿਲਾਂ ਤਾਂ ਕਹਿੰਦਾ ਸੀ ਨਾ ਮੈਨੂੰ ਕਾਗਜ਼ ਨਹੀਂ ਦਿੱਤੇ। ਨਹੀਂ ਉਹਨਾਂ ਦਾ ਸੀ ਉਹ ਜਿਹੜਾ ਪਹਿਲਾਂ ਵੀ ਇਹਨਾਂ ਨੂੰ ਬੁਲਾਇਆ ਗਿਆ ਸੀ, ਇਹ ਪਹਿਲਾਂ ਵੀ ਜਾ ਕੇ ਆਏ ਸੀ, ਮਿਲ ਕੇ ਆਏ ਸੀ। ਤੁਹਾਡੇ ਯਾਦ ਹੋਣਾ ਕੁੰਵਰ ਵਿਜੇ ਪ੍ਰਤਾਪ ਸਿੰਘ ਵਾਲੀ SIT ਦੇ ਵੀ ਸਾਹਮਣੇ ਪੇਸ਼ ਹੋਏ ਸੀ, ਔਰ ਉਹ ਤੋਂ ਬਾਅਦ ਵਾਲੀਆਂ SIT ਦੇ ਸਾਹਮਣੇ ਵੀ ਪੇਸ਼ ਹੋਈ ਸੀ। ਇੱਕ ਵਾਰੀ ਇਹਨਾਂ ਕੋਲ ਵੀ ਪੇਸ਼ ਹੋ ਗਏ ਸੀ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ ਪੇਸ਼ ਹੋ ਗਏ ਸੀ। ਔਰ ਜਦੋਂ ਇਹਨਾਂ ਕੋਲ ਪੇਸ਼ ਹੋਏ ਸੀ ਉਦੋਂ ਉਹਨਾਂ ਨੇ ਕਿਹਾ ਸੀ ਕਿ ਜਦੋਂ ਬੁਲਾਉਣਗੇ ਤੇ ਅਸੀਂ ਫੇਰ ਆਵਾਂਗੇ। ਫਿਰ ਇਹ ਆਈ ਸੀ, ਬਾਰ-ਬਾਰ ਗੱਲ ਆ ਰਹੀ ਸੀ ਕਿ SIT ਵਾਲਿਆਂ ਨੇ ਉਹਨਾਂ ਨੂੰ ਸੰਮਣ ਦਿੱਤੇ ਹੈ ਜੀ, ਤੇ ਉਹਨਾਂ ਸੰਮਣਾਂ ਦੇ ਆਧਾਰ ਉੱਤੇ ਉਹ ਆਏ ਨਹੀਂ। ਤੇ ਉਹਨਾਂ ਨੇ ਉਹਦੇ 'ਚ ਬਹਾਨਾ ਇਹ ਲਾਇਆ ਸੀ ਕਿ ਜੀ ਮੈਂ ਤਾਂ ਫਿਰ ਜਿਹੜਾ ਹੈਗਾ ਬਾਹਰ ਆਂਗਾ ਜੀ, ਮੈਂ ਇੱਥੇ ਹੈ ਨਹੀਂਗਾ ਤੇ ਮੈਨੂੰ ਸੰਮਣ ਨਹੀਂ ਮਿਲੀ। ਇਹ ਕਿਹਾ ਸੀ ਕਿ ਸਟਾਫ ਨੂੰ ਸੰਮਣ ਦਿੱਤੇ। ਸਟਾਫ ਨੂੰ ਸੰਮਣ ਦੇਣ ਦਾ ਕੀ ਮਤਲਬ, ਸਟਾਫ ਕੋਲੋਂ ਮੈਨੂੰ ਸੰਮਣ ਨਹੀਂ ਆਈ ਜੀ। ਪਰ ਉਹਦਾ ਇੱਕ ਕਾਰਨ ਵੀ ਹੁੰਦਾ ਦਾਨੇ ਵਾਲੀਆ ਸਾਹਿਬ, ਕੋਈ ਜ਼ਰੂਰੀ ਨਹੀਂ ਕਿ ਜੇ ਤੁਹਾਨੂੰ ਮਿਲ ਵੀ ਜਾਵੇ। ਜੇ ਪ੍ਰਕਾਸ਼ ਸਿੰਘ ਬਾਦਲ ਹੁੰਦੇ
ਉਹਨਾਂ ਨੂੰ ਪਤਾ ਲੱਗ ਜਾਂਦਾ। ਮੈਨੂੰ ਬੁਲਾਇਆ ਤੇ ਉਹਨਾਂ ਨੇ ਆਪਣੇ ਆਪ ਕਹਿੰਦੇ ਕਾਕਾ ਜੀ ਚਲੋ ਚੱਲਦੇ ਹਾਂ ਜੀ, ਮੈਂ ਆ ਗਿਆ, ਤੁਸੀਂ ਮੇਰੀ ਗੱਲ ਸੁਣੋ, ਜਿਹੜਾ ਕੁਝ ਕਰਨਾ, ਤੇ ਉਹਨਾਂ ਨੇ ਚਲੇ ਜਾਣਾ ਸੀਗਾ ਜੀ। ਪਰ ਇੱਥੇ ਇੱਕ ਟੈਕਟੀਕਲ ਅਪਰੋਚ ਵੀ ਹੈ। ਟੈਕਟੀਕਲ ਅਪਰੋਚ ਇਹ ਹੈ ਕਿ ਜਿਹੜੀ ਇੱਕ ਇਕੱਤਰਤਾ ਹੋਈ ਸੀਗੀ 1.5-2 ਮਹੀਨੇ ਪਹਿਲਾਂ ਬਾਈਬਲ ਕਲਾ ਦੇ ਮੁੱਦੇ ਨੂੰ ਲੈ ਕੇ ਬਰਗਾੜੀ, ਜਿੱਥੇ ਉਹ ਧਰਨਾ ਲੱਗਿਆ ਹੋਇਆ ਉਸ ਜਗ੍ਹਾ ਤੇ, ਉਹਦੇ ਵਿੱਚ ਇਹ ਗੱਲ ਕਹੀ ਸੀ ਸਾਡੇ ਸਪੀਕਰ ਸਾਹਿਬ ਨੇ ਕਿ 1.5 ਮਹੀਨੇ ਦੇ ਵਿੱਚ ਅਸੀਂ ਸ਼ੁਕਰਾਨਾ ਕਰਨ ਲਈ ਇੱਥੇ ਮੁੜ ਇਕੱਤਰ ਹੋਵਾਂਗੇ ਜੀ। ਭਾਵੇਂ ਅੱਜ ਉਹ ਕਹਿੰਦੇ ਜੀ ਮੈਂ ਤਾਂ ਅਸਤੀਫੇ ਦੀ ਗੱਲ ਨਹੀਂ ਕਹੀ ਸੀ, ਤੇ ਉਦੋਂ ਉਹਨਾਂ ਨੇ ਕਿਹਾ ਸੀ ਕਿ ਸਾਡੇ ਵਾਸਤੇ ਸਭ ਤੋਂ ਵੱਡੀ ਸਰਕਾਰ ਹੈ ਜਿਹੜੀ ਉਹ ਗੁਰੂ ਗ੍ਰੰਥ ਸਾਹਿਬ ਹੈ। ਐਦੋਂ ਵੱਡੀ ਸਰਕਾਰ ਕੋਈ ਨਹੀਂ, ਤੇ ਗੁਰੂ ਗ੍ਰੰਥ ਸਾਹਿਬ ਦੀ ਖਾਤਰ ਸਭ ਕੁਝ ਹੀ ਤਿਆਗਿਆ ਜਾ ਸਕਦਾ। ਇਹ ਗੱਲ ਉਹਨਾਂ ਨੇ ਗੱਲ ਕਹੀ ਸੀਗੀ। ਉਹ ਸਮਾਂ ਜਿਹੜਾ ਨੇੜੇ, ਕਿ ਮੇਰਾ ਖਿਆਲ ਉਹਦੀ ਮਿਆਦ ਮੁੱਕ ਗਈ ਹੈ 5-7 ਦਿਨ, ਮੈਨੂੰ ਐਗਜ਼ੈਕਟ ਨਹੀਂ ਪਤਾ ਵੀ ਉਹਦੀ ਕਦੋਂ ਤੱਕ ਹੈ। ਔਰ ਇਹਨੂੰ ਮਤਲਬ ਹੈ ਕਿ ਉਹ ਸਮਾਂ ਕਢਾਇਆ ਜਾਵੇ ਤੇ ਸਰਕਾਰ ਨੂੰ ਸੰਕਟ ਵਿੱਚ ਪਾਇਆ ਜਾਵੇ। ਇੱਕ ਕੈਲਕੂਲੇਟਡ ਮੂਵ ਹੈ। ਔਰ ਇਸ ਕੈਲਕੂਲੇਟਡ ਮੂਵ ਦਾ ਤੁਸੀਂ ਦੇਖਿਆ ਹੋਣਾ ਕਿ ਇਹ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਤੋਂ ਪਹਿਲਾਂ ਸਾਬਕਾ ਡੀਜੀਪੀ ਜਿਹੜੇ ਉਸ ਵੇਲੇ ਦੇ ਡੀਜੀਪੀ ਸੀ ਸੁਮੇਧ ਸਿੰਘ ਸੈਣੀ ਨੂੰ ਵੀ ਬੁਲਾਇਆ ਸੀ। ਸੈਣੀ ਸਾਹਿਬ ਤੁਸੀਂ ਆ ਜਾਓ ਜੀ, ਤੇ ਉਹਨਾਂ ਨੇ ਜਿਹੜਾ ਹੈਗਾ ਆਪਣੀ ਸਿਹਤ ਖਰਾਬ ਹੋਣ ਦਾ ਕਾਰਨ ਦੱਸ ਕੇ ਆਏ, ਉਹ ਵੀ ਨਹੀਂ ਸੀ ਨਾ ਆਉਣ ਦਾ ਕਾਰਨ ਇਹ ਸੀ ਜੇ ਸੁਮੇਧ ਸਿੰਘ ਸੈਣੀ ਨਹੀਂ ਆਉਂਦੇ ਕਿ ਉਹ ਟਾਈਮ ਟਪਾਇਆ ਜਾਵੇ। ਸੁਖਬੀਰ ਸਿੰਘ ਬਾਦਲ ਨੇ ਵੀ ਟਾਈਮ ਟਪਾਉਣ ਵਾਲੀ ਗੱਲ ਸੀ, ਤੇ ਕੰਪਲੀਟ ਨਹੀਂ ਹੋਈ ਇਨਕੁਆਰੀ ਜੀ, ਕਿਉਂਕਿ ਜਿੰਨੀ ਦੇਰ ਤੱਕ ਸੁਮੇਧ ਸਿੰਘ ਸੈਣੀ ਦੁਬਾਰਾ ਨਹੀਂ ਆਉਂਦੇ ਉਨੀ ਦੇਰ ਤੱਕ ਤਾਂ ਇਨਕੁਆਰੀ ਉਹਨਾਂ ਦੀ ਅਧੂਰੀ ਹੈ। ਹੁਣ ਉਹਨਾਂ ਨੂੰ ਕਿਉਂਕਿ ਪ੍ਰੋਪਰ ਕਹਿੰਦੇ ਜੀ ਮੈਸੇਜ ਮਿਲ ਗਿਆ ਸੀ, ਔਰ ਸੁਖਬੀਰ ਸਿੰਘ ਬਾਦਲ ਬਾਰੇ ਕੱਲ ਸਵੇਰ ਤੱਕ ਕੋਈ ਯਕੀਨਨ ਨਹੀਂ ਸੀ ਵੀ ਪੇਸ਼ ਹੋਣਗੇ, ਕਿ ਉਹ ਪੇਸ਼ ਹੋਣਗੇ। ਪਰ ਫਿਰ ਪਤਾ ਲੱਗਿਆ ਜਦੋਂ ਉਹ ਘਰੋਂ ਉਹਨਾਂ ਦਾ ਕਾਫਲਾ ਚੱਲਿਆ ਜੀ, ਘਰੋਂ ਤੁਰ ਪਏ। ਬਾਅਦ ਦੇ ਵਿੱਚ ਨਜ਼ਰ ਆਪਣੀ ਵੀ ਸੀਗੀ, ਹੋਰਾਂ ਲੋਕਾਂ ਦੀ ਵੀ ਸੀਗੀ, ਅੱਜ ਅਖਬਾਰਾਂ ਦੇ ਵਿੱਚ ਵੀ ਵੀ ਉਹ ਪਹਿਲਾਂ ਗਏ ਆਪਣੇ ਦਫ਼ਤਰ ਅਕਾਲੀ ਦਲ ਦੇ, ਤੇ ਫਿਰ ਉੱਥੋਂ ਵਕੀਲਾਂ ਨੂੰ ਨਾਲ ਲੈ ਕੇ ਸੈਕਟਰ 32 ਦੇ ਵਿੱਚ ਜਿੱਥੇ ਹੈ ਉੱਥੇ ਚਲੇ ਗਏ। ਉੱਥੇ ਜਾ ਕੇ ਗੱਲਬਾਤ ਉਹਨਾਂ ਦੀ ਹੋਈ, ਲੰਬੀ ਪੁੱਛਗਿੱਛ ਹੋਈ ਇਹਨਾਂ ਜੀ, ਲੰਬੀ, ਮੇਰਾ ਖਿਆਲ ਵੀ 3 ਘੰਟਿਆਂ ਦੇ ਕਰੀਬ ਪੁੱਛਗਿੱਛ ਹੋਈ ਹੈ। ਪਰ ਉਸ ਪੁੱਛਗਿੱਛ ਤੋਂ ਬਾਅਦ ਜਦੋਂ ਬਾਹਰ ਆਉਂਦੇ ਜੀ, ਤੇ ਬਾਹਰ ਆ ਕੇ ਭਾਵੇਂ ਮੀਡੀਆ ਨਾਲ ਸਿੱਧੀ ਗੱਲ ਨਹੀਂ ਕੀਤੀ, ਪਰ ਇੱਕ ਸਿਗਨਲ ਜਿਹਾ ਦੇ ਗਏ ਸਮਾਈਲਿੰਗ। ਤੇ ਜਦੋਂ ਬੰਦੇ ਦੀ ਜੇ ਖਿਚਾਈ ਹੋਈ ਹੋਵੇ ਜੀ, ਬੰਦੇ ਨੂੰ ਔਖੇ ਪੁੱਛੇ ਉਹਨੇ ਸਵਾਲ, ਮੂੰਹ ਦੀ ਰੰਗ, ਤੇ ਉਹ ਕਹਿੰਦੇ ਉੱਡ ਗਈ ਮੱਥੇ ਦੀ ਲਾਲੀ ਜਦੋਂ 302 ਲੱਗ ਗਈ। ਇੱਥੇ ਇਹ ਮਾਮਲਾ ਭਾਵੇਂ ਠੀਕ ਹੈ ਕਿ 307 ਵਗੈਰਾ ਜਾਂ ਕੁਛ ਵੀ, ਜੋ ਧਰਾਵਾਂ ਛੋਟੀਆਂ ਵੀ ਹੋਣ ਵੱਡੀਆਂ ਹੋਣ, ਕੁਛ ਵੀ ਹੈ, ਲੇਕਿਨ ਇਹ ਮਾਮਲਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਇੱਜ਼ਤ ਤੇ ਸਤਿਕਾਰ ਨਾਲ ਜੁੜਿਆ ਹੋਇਆ ਜੀ, ਕਿ ਬੇਅਦਬੀ ਹੋਈ ਸੀ, ਬੇਅਦਬੀ ਦੇ ਖਿਲਾਫ ਜਿਹੜੇ ਲੋਕ ਪ੍ਰੋਟੈਸਟ ਕਰਦੇ ਸੀ ਉਹਨਾਂ ਲੋਕਾਂ ਦੇ ਉੱਤੇ ਤਸ਼ੱਦਦ ਢਾਇਆ ਗਿਆ ਜੀ। ਔਰ ਕਿਹਦੇ ਹੁਕਮ ਤੇ ਢਾਇਆ ਗਿਆ, ਹੁਣ ਸਵਾਲ ਤਾਂ ਇਹੀ ਹੈ। ਹੋਰ ਇਹਦੇ ਵਿੱਚ ਕੁਛ ਵੀ ਨਹੀਂ। SIT ਦੇ ਜਿਹੜੇ ਆਫੀਸਰ ਸਾਹਿਬ ਇੰਚਾਰਜ ਹੈਗੇ, ADGP ਬਿਊਰੋ ਆਫ ਇਨਵੈਸਟੀਗੇਸ਼ਨ ਦੇ LK ਯਾਦਵ ਸਾਹਿਬ, ਬਹੁਤ ਇੰਟੈਲੀਜੈਂਟ, ਬਹੁਤ ਕੰਪੀਟੈਂਟ ਔਰ ਬਹੁਤ ਇਮਾਨਦਾਰ ਆਦਮੀ ਹੈ। ਮੈਂ ਨਹੀਂ ਦੇਖਿਆ ਵੀ ਉਹ ਕਦੇ ਗਲਤ ਕਰਦੇ। ਦਾਨੇਵਾਲੀਆ ਸਾਹਿਬ, ਮੈਂ ਤੁਹਾਨੂੰ ਇੱਕ ਬੜੀ ਇੰਟਰਸਟਿੰਗ ਗੱਲ ਸੁਣਾਉਣਾ। ਯਾਦਵ ਸਾਹਿਬ ਜਦੋਂ ASP ਹੁੰਦੇ ਸੀ ਜੀ, ਆਪਣੇ ਬਠਿੰਡੇ ਹੁੰਦੇ ਸੀ, ਉਹਨਾਂ ਦਿਨਾਂ ਦੇ ਵਿੱਚ ਮੇਰੇ ਕੋਲ ਇੱਕ ਲੜਕੀ ਆਉਂਦੀ ਹੈ। ਮੈਂ ਘਰੇ ਬੈਠਾ, ਇੱਕ ਲੜਕੀ ਆਉਂਦੀ ਹੈ, ਯੰਗ ਲੜਕੀ, ਤੇ ਉਹਦੇ ਨਾਲ ਉਹਦਾ ਛੋਟਾ ਜਿਹਾ ਭਰਾ। ਤੇ ਉਹ ਲੜਕੀ ਆ ਕੇ ਕਹਿੰਦੀ ਵੀ ਮੈਂ ਪੁੱਛ ਪੁਛਾ ਕੇ ਵਿਚਾਰੀ ਆਈ, ਕਿਸੇ ਨੇ ਦੱਸ ਪਾਤੀ। ਮੈਂ ਜੀ ਬਹੁਤ ਦੁਖੀ ਹਾਂ। ਮੈਂ ਕੀ ਗੱਲ ਹੈ? ਉਹਨੇ ਮੈਨੂੰ ਸਪਸ਼ਟ ਤੇ ਸਾਫ਼ ਹੀ ਦੱਸਤਾ ਜੀ। ਕਹਿੰਦੀ ਜੀ ਗੱਲ ਇਹ ਹੈ ਕਿ ਮੈਂ ਨੌਕਰੀ ਕਰਦੀ ਸੀ ਕਿਸੇ ਵੱਡੇ ਬੰਦੇ ਦੇ ਕੋਲੇ, ਕਾਰਾਂਕੂਰਾਂ ਦੀ ਏਜੰਸੀ ਸੀ। ਉੱਥੇ ਨੌਕਰੀ ਕਰਦਿਆਂ ਮਤਲਬ ਜਿਹੜਾ ਹੈਗਾ ਮਾਲਕ ਤੇ ਜਿਹੜਾ ਹੈਗਾ ਮੁਲਾਜ਼ਮ ਦਾ ਜਿਹੜਾ ਰਿਸ਼ਤਾ ਹੁੰਦਾ ਹੈ, ਜੈਸ ਸਰ ਉਹ ਕਰਨੀ ਪੈਂਦੀ ਹੈ। ਉਹ ਮੈਨੂੰ ਵੀ ਜੈਸ ਸਰ ਕਰਨਾ ਪੈਂਦਾ ਸੀ। ਉਹਦੇ ਕੁਛ ਅਰਥ ਗਲਤ ਕੱਢੇ ਗਏ। ਅਰਥ ਗਲਤ ਕੱਢਣ ਤੋਂ ਬਾਅਦ ਮਤਲਬ ਵੀ ਉਹਦੀ ਜਿਹੜੀ ਹੈ ਭੈੜੀ ਨਿਗਾਹ ਮੇਰੇ ਤੇ ਮਾਲਕ ਦੀ ਪੈਣ ਲੱਗ ਗਈ। ਇਨ ਦੀ ਮੀਨ ਟਾਈਮ ਉਹ ਕਹਿੰਦੀ ਵੀ ਮੈਂ ਜਿਹੜਾ ਹੈਗਾ ਸੀ, ਮੇਰੇ ਪਰਿਵਾਰ ਨੇ ਸੋਚਿਆ ਵੀ ਇਹਦੀ ਸ਼ਾਦੀ ਕਰ ਦਿੱਤੀ। ਉਹਨਾਂ ਨੇ ਕੋਈ ਮੇਰੀ ਸ਼ਾਦੀ ਕਰਨ ਵਾਸਤੇ ਜੋ ਆਪਣਾ ਯੋਜਨਾ ਬਣਾਉਣੀ ਸ਼ੁਰੂ ਕਰਤੀ, ਦੇਖਾ ਦੇਖੀ ਸ਼ੁਰੂ ਕਰਤੀ। ਤੇ ਉਹ ਬੰਦੇ ਨੇ ਕਿਹਾ ਵੀ ਕਿ ਮੈਂ ਹੁਣ ਇਹਨਾਂ ਨੂੰ ਫਸਾਵਾਂ। ਤਾਂ ਫਿਰ ਉਸ ਵੇਲੇ ਕਹਿੰਦੇ ਵੀ ਉਹਨੇ ਕੀਤਾ ਕੀ, ਉਹਨੇ ਇਹ ਕੀਤਾ ਕਿ ਸਾਡੇ ਘਰ ਕਣਕ ਹੈ ਜਿਹੜੀ ਉਹਨਾਂ ਦੇ ਕੋਲੋਂ ਆਉਂਦੀ ਹੁੰਦੀ ਸੀ, ਤੇ ਉਹਨੇ ਕਣਕ ਦੇ ਵਿੱਚ ਨਾ ਜਿਹੜਾ ਹੈਗਾ ਅਫੀਮ ਰੱਖ ਕੇ ਅੱਧਾ ਕਿਲੋ ਜੀ, ਅੱਛਾ, ਕਣਕ ਦੇ ਉਹਦੇ ਚ ਤੇ ਡਰਮ ਦੇ ਵਿੱਚ ਪਵਾਤੀ। ਤੇ ਬਾਅਦ ਦੇ ਵਿੱਚ ਸਿਵਲ ਲਾਈਨ ਜਿਹੜੀ ਹੈ ਜਿੱਥੇ ਚੌਕੀ ਹੈ, ਜਿੱਥੋਂ ਅੱਜ ਕੱਲ੍ਹ ਮਹਿਲਾ ਪੁਲਿਸ ਸਟੇਸ਼ਨ ਹੈ, ਇੱਥੇ ਦੇ ਇੱਕ ਇੰਚਾਰਜ ਸਾਹਿਬ ਸੀ। ਤੇ ਉਹ ਇੰਚਾਰਜ ਨੂੰ ਕਹਿੰਦਾ ਵੀ ਤੁਸੀਂ ਰੇਡ ਕਰ ਲਓ, ਤੇ ਰੇਡ ਕਰਕੇ ਤੁਸੀਂ ਦੇਖੋ ਜੀ ਉਹਨਾਂ ਦੇ ਘਰੇ ਅਫੀਮ ਪਈ ਹੈ। ਤੇ ਉੱਥੋਂ ਅਫੀਮ ਮਿਲ ਗਈ। ਨਤੀਜਾ ਇਹ ਹੋਇਆ ਕਿ ਉਹਨਾਂ ਦੇ ਪਰਿਵਾਰ ਦਾ ਜਿਹੜਾ ਮੁਖੀ ਸੀ ਉਹਦੇ ਤੇ ਜੀ FIR ਦਰਜ ਹੋ ਗਈ ਅਫੀਮ ਰੱਖਣ ਦੀ। ਉਹ ਸਰਕਾਰੀ ਕਰਮਚਾਰੀ ਸੀ ਤੇ ਉਹਨੂੰ ਜੇਲ੍ਹ 'ਚ ਭੇਜਤਾ। ਜੇਲ੍ਹ 'ਚ ਭੇਜਤਾ ਤੇ ਉਹ ਕਹਿੰਦੀ ਜੀ ਗੱਲ ਹੈ ਵੀ ਸਾਡਾ ਤਾਂ ਸਾਰਾ ਕੁਛ ਹੀ ਉਜੜ ਗਿਆ, ਤੇ ਮੈਨੂੰ ਮਦਦ ਦੀ ਲੋੜ ਹੈ, ਤੁਸੀਂ ਕੁਛ ਨਾ ਕੁਛ ਮਦਦ ਕਰੋ। ਮੈਂ ਉਹਨੂੰ ਕਿਹਾ, ਮੈਂ ਕਿਹਾ ਬੀਬਾ ਗੱਲ ਇਹ ਹੈ ਕਿ ਜਿਹੜੇ ਤੁਹਾਡੇ ਜਿੱਥੇ ਤੁਹਾਡੇ ਮਤਲਬ ਜਿਹੜੇ ਹੈਡ ਆਫ ਫੈਮਿਲੀ ਹੈ ਉਹ ਨੌਕਰੀ ਕਰਦੇ ਸੀ, ਅੱਜ ਕੱਲ੍ਹ ਜੇਲ੍ਹ 'ਚ ਹੈ।
ਤੁਸੀਂ ਉਹਨਾਂ ਦੀ ਆਰਗੇਨਾਈਜੇਸ਼ਨ ਹੈ ਜਿਹੜੀ ਮੁਲਾਜ਼ਮਾਂ ਦੀ ਹੁੰਦੀ ਹੈ, ਉਹਨਾਂ ਨੂੰ ਕਹਿ ਕੇ ਤੇ SSP ਨੂੰ ਮਿਲੋ, SSP ਸਾਹਿਬ ਉਦੋਂ ਬੜੇ ਅੱਛੇ SSP ਸੀ, ਉਹਨਾਂ ਨੂੰ ਮਿਲੋ ਤੇ ਐਪਲੀਕੇਸ਼ਨ ਦੇ ਦਿਓ, ਜ਼ਰੂਰ ਉਹ 'ਤੇ ਇਨਕੁਆਇਰੀ ਕਰਵਾ ਲੈਣਗੇ। ਲਓ ਜੀ, ਜਾ ਕੇ ਜਦੋਂ ਉਹਨਾਂ ਨੇ SSP ਸਾਹਿਬ ਨੂੰ ਇਹ ਸਾਰੀ ਗੱਲ ਦੱਸੀ, SSP ਨੇ ਕਿਹਾ ਵੀ ਕੋਈ ਰੁਕੋ ਇੱਕ ਮਿੰਟ, ਮੈਨੂੰ ਦੇਖਣ ਦਿਓ, ਕਿਉਂਕਿ ਜਿਹੜਾ NDPS ਐਕਟ ਹੈ, NDPS ਐਕਟ ਦੇ ਉੱਤੇ ਜਿਹੜਾ ਗਵਾਹ ਬਣਦਾ ਹੈ, ਉਹ ਗਵਾਹ ਕੋਈ ਗੈਸਟਡ ਅਫੀਸਰ ਰੱਖਿਆ ਜਾਂਦਾ ਜਿਹਦੀ ਮੌਜੂਦਗੀ ਤਲਾਸ਼ੀ ਲਈ ਜਾਂਦੀ। SSP ਸਾਹਿਬ ਨੇ ਉਹ ਜਿਹੜਾ ਉਹ ਗਵਾਹ ਪਤਾ ਸੀ ਉਹਨਾਂ ਨੇ ਵੀ ਕੌਣ ਗਵਾਹ ਹੈ, ਉਹਨਾਂ ਨੇ ਨਾਲ ਦੀ ਨਾਲ ਕੀਤੀ FIR 'ਚ ਕੌਣ ਹੈ ਜੀ, ਉਹਨੂੰ ਗਵਾਹ ਨੂੰ ਬੁਲਾਇਆ, ਸਰਕਾਰੀ ਆਫੀਸ਼ੀਅਲ DSP ਲੈਵਲ ਦਾ ਅਫੀਸਰ। ਦੱਸ ਭਾਈ, ਉਹ ਕਹਿੰਦਾ ਜੀ ਡਾਊਟ ਤਾਂ ਮੈਨੂੰ ਵੀ ਹੈ, ਮੈਨੂੰ ਵੀ ਜਦੋਂ ਜਾ ਕੇ ਸਿੱਧਾ ਵੀ ਆਹ ਤਲਾਸ਼ੀ ਲਓ ਜੀ, ਇੱਥੇ ਆਪਾਂ ਤਲਾਸ਼ੀ ਲੈਣੇ ਨਿਕਲਿਆ, ਹੁਣ ਚੀਜ਼ ਤਾਂ ਰਿਕਵਰ ਹੋਈ ਹੈ, ਚੀਜ਼ ਇਹ ਗਈ ਉੱਥੇ ਕਿਵੇਂ? ਬੰਦਾ ਕਣਕ ਦੇ ਵਿੱਚ ਕਿਉਂ ਰੱਖੂਗਾ? ਹਿੰਦੂ ਜੈਂਟਲਮੈਨ ਹੈ, ਸ਼ਹਿਰੀ ਬੰਦੇ ਹੈ, ਮੁਲਾਜ਼ਮ ਹੈ, ਉਹ ਕਣਕ ਦੇ ਵਿੱਚ ਫੀਮ ਕਿਉਂ ਰੱਖੂਗਾ? ਡਾਊਟ ਮੈਨੂੰ ਵੀ ਹੈ। ਲਓ ਜੀ, SSP ਸਾਹਿਬ ਨੇ ਭਰੋਸਾ ਕਿਹਦੇ ਤੇ ਪ੍ਰਗਟ ਕੀਤਾ? ਕਹਿੰਦੇ LK ਯਾਦਵ ਉਹਨਾਂ ਦੀ ਤਫਤੀਸ਼ ਲਾਤੀ। LK ਯਾਦਵ ਸਾਹਿਬ ਗੱਲ ਕਰਨ ਲੱਗ ਗਏ। ਹੁਣ ਮੈਂ ਤੁਹਾਨੂੰ ਅਗਲੀ ਗੱਲ ਦੱਸਦਾ, ਆਪਣੇ ਇੱਕ ਸੱਜਣ ਆਪਣੇ ਰੇਡੀਓ ਤੇ ਵੀ ਆਏ ਹੈ, ਡਾਕਟਰ ਸਾਹਿਬ, ਮੈਂ ਹੁਣ ਨਾਂ ਨਹੀਂ ਲੈਂਦਾ, ਉਹ ਡਾਕਟਰ ਸਾਹਿਬ ਦੀ ਵਾਈਫ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਉਹ ਜਿਹੜੇ ਥਾਣੇਦਾਰ ਨਾਲ ਤਾਲਮੇਲ ਕੀਤਾ ਨਾ, ਉਹਨਾਂ ਵੱਡੇ ਬੰਦਿਆਂ ਨੇ ਉਸ ਡਾਕਟਰ ਸਾਹਿਬ ਰਾਹੀਂ ਕੀਤਾ ਸੀ। ਉਹਨੂੰ ਜੋ ਪਤਾ ਲੱਗਿਆ ਕਿ ਉਹਨਾਂ ਦੇ ਪਰਿਵਾਰ ਤੇ ਆਹ ਗੱਲ ਹੋ ਗਈ, ਤੇ ਉਹ ਵਾਈਫ ਨੇ ਘਰ 'ਚ ਕਲੇਸ਼ ਪਾ ਲਿਆ। ਉਹਨੇ ਇੱਥੋਂ ਤੱਕ ਗੱਲ ਕਹਿਤੀ ਕਿ ਸੱਜਣਾ ਗੱਲ ਇਹ ਹੈ ਕਿ ਮੈਂ ਸੁਸਾਈਡ ਕਰ ਲੂੰ, ਆਹ ਤਾਂ ਤੂੰ ਕੰਮ ਬਹੁਤ ਗਲਤ ਕਰ ਲਿਆ। ਅਸੀਂ ਦਾਨੇਵਾਲੀਆ ਸਾਹਿਬ ਸ਼ਾਮ ਨੂੰ ਪੁਰਾਣੇ ਸੱਜਣ ਮਿੱਤਰ ਇਕੱਠੇ ਹੋ ਗਏ ਇੱਕ ਵਾਰੀ, ਤੇ ਅਸੀਂ ਇਕੱਠੇ ਹੋਏ ਤੇ ਉੱਥੇ ਉਹ ਵੀ ਆ ਗਿਆ, ਤੇ ਉਹ ਬੜੇ ਨਿਰਾਸ਼, ਮੈਨੂੰ ਭਾਲਦਾ ਕਹਿੰਦਾ ਯਾਰ ਮੈਂ ਤਾਂ ਬਹੁਤ ਨਿਰਾਸ਼ ਹਾਂ, ਮੇਰੇ ਨਾਲ ਆਹ ਗੱਲ ਹੋ ਗਈ। ਤੇ ਮੈਂ ਕਿਹਾ ਵੀ ਗੱਲ ਕਿ ਮੈਨੂੰ ਸੀ, ਕਿਉਂਕਿ ਪਤਾ ਸੀ ਮੈਨੂੰ ਵੀ LK ਯਾਦਵ ਸਾਹਿਬ ਦੀ ਤਫਤੀਸ਼ ਲੱਗ ਗਈ। ਮੈਂ ਕਿਹਾ ਵੀ ਹੋਇਆ ਕੀ? ਦਾਨੇਵਾਲੀਆ ਸਾਹਿਬ ਜਿਹੜੀ ਨੇ ਮੈਨੂੰ ਕਹਾਣੀ ਦੱਸੀ, ਉਹ ਕਹਿੰਦਾ ਵੀ ਮੇਰੇ ਕੋਲ 2 ਬੰਦੇ ਆਏ, ਉਹਨਾਂ ਨੇ ਮੈਨੂੰ ਆ ਕੇ ਆਖਿਆ ਵੀ ਫਲਾਣੇ ਥਾਣੇਦਾਰ ਨਾਲ ਤੇਰੀ ਕਿਵੇਂ ਹੈ? ਕਿਉਂਕਿ ਜਦੋਂ ਡਾਕਟਰ ਸਾਹਿਬ ਪੜ੍ਹਦੇ ਹੁੰਦੇ ਸੀ ਨਾ ਰਜਿੰਦਰਾ ਕਾਲਜ ਦੇ ਵਿੱਚ, ਉਦੋਂ ਥੋੜਾ ਜਿਹਾ ਜਿਵੇਂ ਹੁੰਦੀ ਹੈ, ਮੁੰਡੇ ਖੁੰਡੇ ਹੁੰਦੇ ਆ, ਪੂਰਾ ਤੋਰਾ ਫੇਰਾ ਰੱਖਦੇ ਨਾ ਜੀ, ਮੁੰਡਾ ਤੋਂ ਦੀ ਥੁੱਕਣ ਦੀ ਆਦਤ, ਉਹਨੂੰ ਬੰਦੇ ਇਸਤੇਮਾਲ ਵੀ ਕਰਦੇ ਹੁੰਦੇ ਸੀ। ਹਾਂ ਬਿਲਕੁਲ ਕਰਦੇ, ਇਹੋ ਜਿਹੇ ਬੰਦੇ ਤਾਂ ਕਰ ਹੀ ਲੈਂਦੇ। ਉਹ ਕਹਿੰਦਾ ਜੀ ਗੱਲ ਹੀ ਕੁਛ ਨਹੀਂ, ਮੇਰੀ ਹੈਗੀ ਹੈ। ਉਹ ਕਹਿੰਦਾ ਚਲੇ ਗਏ, ਮੈਨੂੰ ਲੈ ਗਏ ਨਾਲ ਲਿਜਾ ਕੇ, ਤੇ ਉਹਦੇ ਕੋਲ ਗਏ, ਤੇ ਉਹਨੇ ਠੰਡਾ ਮੰਗਵਾਇਆ ਥਾਣੇਦਾਰ ਨੇ। ਥਾਣੇਦਾਰ ਨੂੰ ਪੁੱਛਦੇ ਹੈ ਜਿਹੜੇ ਹੈਗੇ, ਕਹਿੰਦੇ ਜੀ ਜੇ ਤੁਹਾਨੂੰ ਫੀਮ ਫੜਾਈਏ ਫੜ ਲੋਗੇ? ਉਹਦੇ ਵੀਰ ਨਾ ਕਿ ਭਾਲੇ 2 ਅੱਖਾਂ, ਹਾਂ ਹੁਣ ਪੁਲਿਸ ਬੈਠੀ ਕਾਹਦੀ ਖਤਰਾ ਫੜਾ, ਤੇ ਕਹਿੰਦੇ ਠੀਕ ਹੈ ਜੀ। ਉਹ ਕਹਿੰਦਾ ਵੀ ਮੈਨੂੰ ਨਹੀਂ ਪਤਾ, ਉਸ ਤੋਂ ਬਾਅਦ ਕਹਿੰਦੇ ਉਹ ਫੀਮ ਫੜੀ ਗਈ। ਮੈਂ ਕਿਹਾ ਵੀ ਇਹੀ ਗੱਲ ਜਾ ਕੇ ਤੂੰ ਯਾਦਵ ਸਾਹਿਬ ਨੂੰ ਦੱਸ ਦੇ, ਉਹਦਾ ਕੋਈ ਖਤਰਾ? ਮੈਂ ਕਿਹਾ ਗੱਲ ਹੀ ਕੁਛ ਨਹੀਂ, ਤੂੰ ਜਾ ਕੇ ਕਹੇ ਵੱਧ ਤੋਂ ਵੱਧ। ਮੈਂ ਕਿਹਾ ਵੀ ਤੂੰ ਸਿੱਧਾ ਮੇਰਾ ਨਾਂ ਲੈ ਜੀ ਆ ਕੇ, ਮੈਂ ਸਿਫਾਰਿਸ਼ ਨਹੀਂ ਕਰਦਾ ਵੀ ਮੈਂ ਇਹ ਗੱਲ ਕੀਤੀ ਸੀ ਜੋ ਬੰਦੇ ਕੋਲ, ਤੇ ਤੁਹਾਡਾ ਜੋ ਜ਼ਿਕਰ ਆਇਆ ਤੇ ਉਹਨੇ ਕਿਹਾ ਵੀ ਉਹਨਾਂ ਕੋਲ ਜਾ ਕੇ ਸੱਚੀ ਗੱਲ ਦੱਸ। ਦਾਨੇਵਾਲੀਆ ਸਾਹਿਬ ਬੰਦਾ ਗਿਆ ਜੀ, ਉਹਨੇ ਡਾਕਟਰ ਨੇ ਜਾ ਕੇ ਸਿੱਧੀ ਗੱਲ ਦੱਸੀ, ਤੇ ਬੜੇ ਤਿੱਖੇ ਸਵਾਲ ਕੀਤੇ ਯਾਦਵ ਸਾਹਿਬ ਨੇ ਵੀ ਤੂੰ ਆ ਨਹੀਂ। ਉਹ ਕਹਿੰਦਾ ਜੀ ਕੁਛ ਨਹੀਂ, ਮੈਂ ਤਾਂ ਕੁੱਟੋ ਮਾਰੋ ਜੋ ਮਰਜ਼ੀ ਕਰੋ, ਮੈਥੋਂ ਇਹ ਗੁਨਾਹ ਹੋਇਆ, ਪਾਪ ਹੋਇਆ, ਗੱਲ ਸਮਝੋ। ਲਓ ਜੀ, ਉਸ ਕੇਸ ਦੇ ਵਿੱਚ ਤਫਤੀਸ਼ ਕਰਕੇ ਉਹਨਾਂ ਨੇ ਕਹਿਤਾ ਵੀ ਇਹ ਜਿਹੜਾ ਬੰਦਾ ਇਹ ਬੇਗੁਨਾਹ, ਉਹਨੂੰ ਡਿਸਚਾਰਜ ਕਰਾਇਆ ਕੋਰਟ 'ਚੋਂ। ਜਿਸ ਬੰਦੇ ਨੇ ਰੱਖੀ ਸੀ, ਬੜਾ ਵੱਡਾ ਇਨਫਲੂਐਂਸ਼ੀਅਲ ਆਦਮੀ ਜੀ, ਬਠਿੰਡੇ ਦੇ ਵਿੱਚ ਜਿਹੜੇ 2-3 ਪਰਿਵਾਰ ਸੀ, ਉਹਨਾਂ ਦੇ ਵਿੱਚ ਉਹਦਾ ਆਉਂਦਾ ਸੀ, ਬਹੁਤ ਵੱਡਾ ਉਹਦਾ ਕਾਰੋਬਾਰ, ਤੇ ਉਹਨੂੰ ਉਹਦੇ 'ਚ ਟੰਗਤਾ। ਇੰਟਰਸਟਿੰਗ ਗੱਲ ਅੱਗੇ, ਉਹਦਾ ਸਕਾ ਮਾਮਾ ਇੱਕ ਅੰਗਰੇਜ਼ੀ ਅਖਬਾਰ ਦਾ ਬਿਊਰੋ 'ਚ ਉੱਤੇ, ਤੇ ਇੱਥੇ ਵਾਲੇ ਅੰਗਰੇਜ਼ੀ ਅਖਬਾਰ ਦੇ ਜਿਹੜੇ ਉਹਨਾਂ ਦੇ ਸੀ, ਉਹ ਕਰਿੰਦੇ ਭੱਜੇ ਫਿਰਨ ਸਾਰੇ ਵੀ ਇਹ ਬੰਦੇ ਨੂੰ ਬਚਾਉਣਾ ਹੈ। ਪਰ ਯਾਦਵ ਸਾਹਿਬ ਦੇ ਉੱਤੇ ਕੋਈ ਅਸਰ ਨਹੀਂ ਪਿਆ, ਵੀ ਨਾ ਕਾਹੂ ਸੇ ਦੋਸਤੀ ਨਾ ਕਾਹੂ ਸੇ ਬੈਰ, ਸੱਚ ਹੀ ਹੈ ਸਾਰਾ ਸਿਲਸਿਲਾ। ਉਹ ਤੋਂ ਬਾਅਦ ਨਾ ਮੈਂ ਉਸ ਪਰਿਵਾਰ ਨੂੰ ਮਿਲਿਆ, ਨਾ ਮੈਂ ਕੀਤਾ ਕਰਾਇਆ। ਮੈਨੂੰ ਹੁਣ ਪਿਛਲੇ ਦਿਨਾਂ 'ਚ ਮਿਲਣ ਦਾ ਮੌਕਾ ਮਿਲ ਗਿਆ ਯਾਦਵ ਸਾਹਿਬ ਨੂੰ, ਤੇ ਕੋਈ ਮਾਮਲਾ ਇਹੋ ਜਿਹਾ ਸੀ। ਮੈਂ ਜਦੋਂ ਗਿਆ ਤੇ ਉਹ ਗੱਲ ਹਾਂ ਕਿਵੇਂ ਹੈ, ਮੈਂ ਕਿਹਾ ਜੀ ਗੱਲ ਉਹੀ ਦਾ ਕੇਸ ਹੈ। ਜਦੋਂ ਮੈਂ ਉਹਦਾ ਨਾਂ ਲਿਆ ਤੇ ਉਹ ਮੈਨੂੰ ਕਹਿੰਦੇ ਯਾਰ ਤੂੰ ਮੈਨੂੰ ਯਾਦ ਕਿਉਂ ਕਰਾਇਆ ਉਸ ਬੰਦੇ ਦਾ ਨਾਂ ਜੀ? ਮਤਲਬ ਉਹਨਾਂ ਨੇ ਇਤਰਾਜ਼ ਕਰਕੇ ਵੀ ਮਾੜੇ ਬੰਦੇ ਦਾ ਨਾਮ ਮੈਨੂੰ ਯਾਦ ਕਿਉਂ ਕਰਵਾਇਆ? ਮੈਂ ਕਿਹਾ ਵੀ ਇਹ ਬੰਦੇ ਨਾਲ ਉਹੀ ਕੁਛ ਹੋ ਰਹੀ ਹੈ। ਹੁਣ ਉਹਨਾਂ ਤੋਂ ਆਪਾਂ ਇਹ ਤਾਂ ਉਮੀਦ ਨਹੀਂ ਕਰ ਸਕਦੇ ਕਿ ਉਹ ਲਿਹਾਜ਼ ਕਰਨਗੇ, ਤੇ ਨਾ ਉਹਨਾਂ ਤੋਂ ਆਪਾਂ ਇਹ ਗੱਲ ਕਹਿ ਸਕਦੇ ਹਾਂ ਕਿ ਉਹ ਜੇ ਬੰਦਾ ਕੋਈ ਉਹਦਾ ਗੁਨਾਹ ਨਾ ਹੋਇਆ ਤੇ ਉਹ ਟੰਗਣਗੇ। ਲੇਕਿਨ ਜਿਹੜੀ ਹੈਗੀ ਹੈ ਜਾਂਚ ਚੱਲ ਰਹੀ ਹੈ, ਜਿਸ ਪਾਸੇ ਨੂੰ ਚੱਲ ਰਹੀ ਹੈ। ਇਹਦੇ ਨਾਲ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੂੰਗਾ, ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਜਿਹੜੀ ਤਕਰੀਰ ਸੀ, ਬਿਲਕੁਲ ਤਕਰੀਰ 'ਚ ਉਹਨੇ ਕਿਹਾ ਸੀਗਾ ਕਿ ਚਾਰਜ ਸ਼ੀਟ ਜ਼ਰੂਰ ਦਾਇਰ ਹੋਊਗੀ, ਪਰ ਹੁੰਦਾ ਇਹਦੇ 'ਚ ਕੱਖ ਨਹੀਂ, ਕਿਉਂਕਿ ਸਬੂਤ ਸਾਰੇ ਖਤਮ ਕੀਤੇ ਹੋਏ ਹੈ। ਤੇ ਹੁਣ ਕਿਹਾ ਵੀ ਇਹ ਜਾਂਦਾ ਕਿ ਯਾਦਵ ਸਾਹਿਬ ਦੀ ਡਿਊਟੀ ਲਈ ਹੈ, ਤੁਸੀਂ ਸਬੂਤ ਇਕੱਠੇ ਕਰ ਲਓ। ਦਾਨੇਵਾਲੀਆ ਸਾਹਿਬ, ਸਬੂਤਾਂ ਦੀ ਸਥਿਤੀ ਇਹ ਹੈ ਕਿ ਦਿੱਲੀ ਦੇ ਸਿੱਖ ਕਤਲੇਆਮ ਦੇ ਸਬੂਤ ਨਹੀਂ ਮਿਲ ਰਹੇ, ਤੇ ਜਿਹੜੇ ਗੁਜਰਾਤ ਦੇ ਵਿੱਚ ਜੋ ਕੁਛ ਹੋਇਆ ਸੀ ਸਬੂਤ ਉਹ ਵੀ ਨਹੀਂ ਮਿਲੇ। ਤੇ ਬਸ ਕਹਿੰਦੇ ਹੁੰਦੇ ਵੀ ਗੰਗਾ ਗਈਆਂ ਹੱਡੀਆਂ ਕਦੇ ਵਾਪਸ ਨਹੀਂ ਆਈਆਂ, ਉਹ ਤਾਂ ਹੁਣ ਖਤਮ ਹੋ ਗਿਆ ਜਿਹੜਾ ਕੁਛ ਹੋਣਾ ਸੀ। ਵੈਸੇ ਗੱਲ ਇਹ ਹੈ ਕਿ ਜਿਹੜਾ ਬੰਦਾ, ਜੇ ਕਿਸੇ ਬੰਦੇ ਤੋਂ ਕੋਈ ਗਲਤੀ ਹੋਈ ਹੈ, ਅਣਗਹਿਲੀ ਹੋਈ ਹੈ, ਕੋਈ ਭੁੱਲ ਹੋਈ ਹੈ, ਤੇ ਉਹ ਭੁੱਲ ਦਾ
ਖਮਿਆਜਾ ਤਾਂ ਭੁਗਤਣਾ ਪੈਂਦਾ ਹੈ। ਵੈਸੇ ਗੱਲ ਇਹ ਹੈ ਕਿ ਤੁਸੀਂ ਇਹ ਦੇਖੋ ਕਿ ਇਹ ਭੁੱਲਾਂ ਬਖਸ਼ਾਈਆਂ ਵੀ ਅਕਾਲ ਤਖਤ ਸਾਹਿਬ ਤੇ ਜਾ ਕੇ ਅਰਦਾਸ ਵੀ ਕੀਤੀ ਸੀ, ਪਰ ਭਾਵੇਂ ਅਰਦਾਸ ਕਰਤੀ, ਜਿੱਥੇ ਜਿਹੜੇ ਇੱਕ ਵਾਰੀ ਲੋਕਾਂ ਦੀ ਨਫ਼ਰਤ ਦਾ ਪਾਤਰ ਬਣ ਜਾਓ ਨਾ, ਫਿਰ ਨਹੀਂ ਗੱਲ, ਉੱਥੇ ਨਹੀਂ ਗੱਲ ਬਣਨੀ ਜੀ। ਤੇ ਢਿੱਲੋਂ ਸਾਹਿਬ, ਫਿਰ ਈਡੀ ਜਿਹੜੀ ਬੜੀ ਅਹਿਮ ਇੱਕ ਡਿਪਾਰਟਮੈਂਟ ਆ ਭਾਰਤ ਸਰਕਾਰ ਦਾ, ਤੇ ਉਹਦੇ ਜਿਹੜੇ ਡਾਇਰੈਕਟਰ ਨੇ, ਮੁਖੀ ਨੇ ਸੰਜੇ ਕੁਮਾਰ, ਉਹਨਾਂ ਨੂੰ ਕਹਿੰਦੇ ਤੀਜੀ ਵਾਰੀ ਐਕਸਟੈਂਸ਼ਨ ਦੇਤੀ ਹੈ ਕਹਿੰਦੇ, ਤੇ ਉਸ ਸੰਬੰਧੀ ਕਹਿੰਦੇ ਸੁਪਰੀਮ ਕੋਰਟ ਤਿਉੜੀਆਂ ਵੱਟੀ ਬੈਠੀ ਹੈ ਜੀ। ਸੁਪਰੀਮ ਕੋਰਟ ਦੇ ਵਿੱਚ ਕਈ ਪਟੀਸ਼ਨਾਂ ਦਾਇਰ ਹੋਈਆਂ ਜੀ। ਅੱਛਾ ਜੀ। ਕਾਂਗਰਸ ਪਾਰਟੀ ਦੇ ਕੁਝ ਲੀਡਰਾਂ ਨੇ ਵੀ ਪਾਈਆਂ, ਕੁਝ ਹੋਰਾਂ ਨੇ ਵੀ ਪਾਈਆਂ। ਅਸਲ ਦੇ ਵਿੱਚ ਹੋਇਆ ਕੀ ਸੀ ਕਿ ਸੰਜੇ ਕੁਮਾਰ ਹੋਰਾਂ ਦੀ 2018 ਚ ਨਿਯੁਕਤੀ ਹੋਈ ਸੀਗੀ ਜੀ, 2 ਸਾਲ ਲਈ, ਕਿਉਂਕਿ 2020 ਚ ਉਹਨਾਂ ਨੇ ਰਿਟਾਇਰ ਹੋ ਜਾਣਾ ਸੀ, ਨਵੰਬਰ 2020 ਦੇ ਵਿੱਚ ਜੀ। ਨਿਯੁਕਤੀ ਉਹਨਾਂ ਦੀ 2 ਸਾਲ ਲਈ ਹੋਈ ਸੀਗੀ, ਤੇ ਉਹ ਨਿਯੁਕਤੀ ਜਦੋਂ ਹੋ ਗਈ ਚੱਲ ਪਿਆ ਜੀ ਕੰਮ। ਜਦੋਂ 2020 ਆਈ ਤੇ 2020 ਤੋਂ ਬਾਅਦ ਹੋਇਆ ਕਿ 2020 ਆਉਣ ਤੋਂ ਪਹਿਲੇ ਕਹਿੰਦੇ ਜੀ ਨਿਯੁਕਤੀ ਹੈ ਜਿਹੜੀ, ਇਹ ਜਿਹੜਾ ਨਿਯੁਕਤੀ ਪੱਤਰ ਜਾਰੀ ਹੋਇਆ ਸੀ ਉਹਨੇ ਸੋਧ ਕਰਤੀ ਕਿ ਐਕਸਟੈਂਡ ਕਰਤੀ। ਜਿਹੜੀ ਨਿਯੁਕਤੀ 2 ਸਾਲਾਂ ਵਾਸਤੇ ਹੋਈ ਸੀ ਕਹਿੰਦੇ ਜੀ 3 ਸਾਲਾਂ ਵਾਸਤੇ ਕਰਤੀ। ਇਹਦਾ ਮਤਲਬ 18 ਤੇ 3 21 ਹੋ ਗਈ, 3 ਸਾਲ ਹੋ ਗਈ। ਕਾਮਨ ਕਾਜ਼ NGO ਹੈ, ਤੇ ਕਾਮਨ ਕਾਜ਼ NGO ਤੁਸੀਂ ਜਾਣਦੇ ਹੋ ਚੰਗੀ ਤਰ੍ਹਾਂ ਵੀ, ਇਹਦੇ ਜਿਹੜੇ ਹੈਗੇ ਪ੍ਰਮੁੱਖ ਵਕੀਲ ਉਹ ਪ੍ਰਸ਼ਾਂਤ ਭੂਸ਼ਣ ਨੇ। ਉਹਨਾਂ ਨੇ ਕਾਮਨ ਕਾਜ਼ NGO ਨੂੰ ਪਟੀਸ਼ਨ ਦਾਇਰ ਕਰਤੀ ਕਿ ਜੀ ਆਹ ਕੰਮ ਗਲਤ ਹੋਇਆ। ਲਓ ਜੀ, ਉਹਨਾਂ ਨੇ ਇਸ ਗੱਲ ਦੇ ਉੱਤੇ ਵੀ ਤਾਂ ਗਲਤ ਹੋਇਆ ਕੰਮ, ਨਹੀਂ ਵੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਉੱਪਰੋਂ ਉਹਨਾਂ ਨੇ ਹੁਕਮ ਕਰਤਾ ਵੀ ਚਲੋ ਇਹਨਾਂ ਨੇ ਕਿਹਾ ਜੀ ਤਾਂ ਪ੍ਰੈਜ਼ੀਡੈਂਟ ਆਫ ਇੰਡੀਆ ਨੇ ਕਰਤਾ। ਪ੍ਰੈਜ਼ੀਡੈਂਟ ਆਫ ਇੰਡੀਆ ਦੇ ਕੋਲ ਅਧਿਕਾਰ ਹੈ ਜੀ, ਉਹ ਕਰ ਸਕਦੇ ਆ ਜੀ ਕਰਨ, ਕਿਉਂਕਿ ਪ੍ਰੈਜ਼ੀਡੈਂਟ ਜਿਹੜੇ ਹੈਗੇ ਆ ਉਹ ਚੀਫ ਦੇ ਵੀ ਚੀਫ ਹੈ ਬਿਲਕੁਲ। ਸੁਪਰੀਮ ਕੋਰਟ ਦੇ ਪ੍ਰਮੁੱਖ ਜੱਜਾਂ ਤੋਂ ਵੀ ਉੱਪਰ ਹੈਗੇ ਉਹ, ਔਰ ਪ੍ਰਮੁੱਖ ਜਰਨੈਲ ਵੀ ਹੈ, ਸਭ ਕੁਛ ਹੈ। ਕਿਉਂਕਿ ਚੀਫ ਜਸਟਿਸ ਦਾ ਨਾਂ, ਚੀਫ ਆਪਣੇ ਥੋੜਾ ਇਹਨਾਂ ਦਾ ਪ੍ਰੈਜ਼ੀਡੈਂਟ ਆਫ ਇੰਡੀਆ ਦਾ ਨਾਂ ਆ ਗਿਆ ਜੀ। ਤਾਂ ਮਾਨਯੋਗ ਅਦਾਲਤ ਨੇ, ਸੁਪਰੀਮ ਕੋਰਟ ਨੇ ਕਹਿਤਾ ਵੀ ਕੋਈ ਗੱਲ ਨਹੀਂ, ਤੁਸੀਂ ਇਹ ਗੱਲ ਕਰ ਰਹੇ ਨੇ ਆਪਾਂ ਕਿ ਇਹ ਤੋਂ ਬਾਅਦ ਐਕਸਟੈਂਸ਼ਨ ਨਹੀਂ, ਜਿਹੜੀ ਹੁਣ ਐਕਸਟੈਂਸ਼ਨ ਹੋ ਗਈ, ਇਹ ਤੋਂ ਬਾਅਦ ਅੱਗੇ ਐਕਸਟੈਂਸ਼ਨ ਨਹੀਂ ਹੋਗੀ। ਤੇ ਉਹਨਾਂ ਨੇ ਜੀ ਉਹ ਤੇ ਰੋਕ ਲਾਤੀ ਜੀ। ਰੋਕ ਲਾਉਣ ਤੋਂ ਬਾਅਦ ਜੀ ਐਕਸਟੈਂਸ਼ਨ ਫੇਰ ਹੋ ਗਈ, ਵਧਾਤੀ ਤੇ ਫਿਰ ਇਹ ਕੁਝ ਜਿਹੜੀਆਂ ਧਿਰਾਂ ਉਹ ਸੁਪਰੀਮ ਕੋਰਟ ਉਹ ਚਾਵੜੀਆਂ ਜਾਣਾ ਹੀ ਉਹਨਾਂ ਨੇ। ਉਹ ਕਹਿੰਦੇ ਜੀ ਗੱਲ ਹੈ ਬੰਦੇ ਦੀ ਮਿਆਦਤਾ ਜਿਹੜੀ ਹੋ ਗਈ ਹੈ 2020 ਚ ਖਤਮ ਤੇ ਦੱਬੀ ਆਉਂਦੇ ਕੰਮ, 22 ਤੋਂ ਵੀ ਦੱਬੀ ਆਉਂਦੇ। ਵਾਰ-ਵਾਰ ਦਾਨੇ ਵਾਲੀਆਂ ਸਭ ਇਹ ਗੱਲ ਵੀ ਆ ਰਹੀ ਹੈ ਕਿ ਕਨਸਟੀਟਿਊਸ਼ਨਲ ਜਿਹੜੀਆਂ ਹੈਗੀਆਂ ਸੰਸਥਾਵਾਂ ਜੀ, ਉਹਨਾਂ ਦਾ ਸਤਿਆਨਾਸ਼ ਕੀਤਾ ਜਾ ਰਿਹਾ, ਬਿਲਕੁਲ ਬੁਰਾ ਹਾਲ ਕਰਤਾ ਜੀ। ਇਹ ਵੀ ਆ ਰਿਹਾ ਕਿ ਕਨਸਟੀਟਿਊਸ਼ਨਲ ਸੰਸਥਾਵਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਤੇ ਜਦੋਂ ਦੁਰਵਰਤੋਂ ਦੀ ਗੱਲ ਆਉਂਦੀ ਤੇ ਦੁਰਵਰਤੋਂ ਦੇ ਵਿੱਚ ਆਪਾਂ ਨੂੰ ਪਤਾ ਵੀ ਈਡੀ ਅੱਜ ਕੱਲ੍ਹ ਕੀ ਕਰ ਰਹੀ ਹੈ। ਈਡੀ ਤਾਂ ਪਤਾ ਹੀ ਹੈ, ਫਿਰ ਬਾਹਾਂ ਮਰੋੜਨ ਦਾ ਕੰਮ ਕਰਦੀ। ਈਡੀ ਨੇ ਮਤਲਬ ਤੁਸੀਂ ਇਹ ਦੇਖੋ ਕਿ ਜਿਹੜਾ ਵੀ ਮਤਲਬ ਜੋ ਅੜਿਆ ਸੋ ਚੜਿਆ, ਜਿਹਨੇ ਮਾੜੀ ਜਿਹੀ ਜ਼ਰੂਰਤ ਕੀਤੀ ਹੈ ਉਹਨੂੰ ਹਰੇਕ ਨੂੰ ਫੜ ਕੇ, ਚਾਹੇ ਉਹ ਤੁਹਾਡਾ ਕੀ ਹੈਗੇ ਆ ਮਹਾਰਾਸ਼ਟਰ ਦਾ ਇੱਕ ਮੰਤਰੀ ਹੋਵੇ, ਚਾਹੇ ਸਾਹਮਣਾ ਦਾ ਸੰਪਾਦਕ ਤੇ ਰਾਜ ਸਭਾ ਦਾ ਕੋਈ ਹੋਵੇ ਜੀ। ਗੱਲ ਤਾਂ ਘਲਾੜੇ ਦੇ ਵਿੱਚ ਜਿਹੜਾ ਆ ਗਿਆ ਬਸ ਉਹ ਦੇਖੋ। ਇੱਕ ਗੱਲ ਇਹ ਹੈ ਕਿ CBI ਤੋਂ ਬੰਦਾ ਬਾਜੇ CBI ਦੇ ਕੇਸਾਂ ਦੇ ਵਿੱਚ ਜ਼ਮਾਨਤ ਜਲਦੀ ਹੋ ਜਾਂਦੀ ਹੈ ਜੀ, ਲੇਕਿਨ ਈਡੀ ਦੇ ਵਿੱਚ ਛੇਤੀ ਕੀਤੇ ਜ਼ਮਾਨਤ ਨਹੀਂ ਹੁੰਦੀ। ਬਹੁਤ ਮੁਸ਼ਕਿਲ ਦੇ ਨਾਲ ਜ਼ਮਾਨਤ ਹੁੰਦੀ ਹੈ, ਚੀਕਾਂ ਨਿਕਲ ਜਾਂਦੀਆਂ ਬੰਦੇ ਦੀਆਂ ਜੀ। ਤੇ ਜਿਹੜੇ ਬੰਦੇ ਨੇ ਹੁਣ ਉਹਨੂੰ ਜੋ ਹੁਕਮ ਮਿਲ ਗਿਆ ਤੇ ਉਹਨੇ ਸਾਰੀ ਉਹਦੇ ਤੇ ਇੰਪਲੀਮੈਂਟ ਕਰਦਾ, ਤੇ ਉਹਦੀ ਐਕਸਟੈਂਸ਼ਨ ਤਾਂ ਫਿਰ ਲਗਾਤਾਰ ਹੋਊਗੀ ਜੀ। ਹੁਣ ਇਹ ਮਾਮਲਾ ਆ ਗਿਆ ਸੁਪਰੀਮ ਕੋਰਟ 'ਚ, ਫਿਰ ਆ ਗਿਆ ਸੁਪਰੀਮ ਕੋਰਟ ਨੇ ਜੀ ਫਿਰ ਇਸ ਵੇਲੇ ਜਿਹੜੀ ਹੈਗੇ ਸੰਮਨ ਜਾਰੀ ਕਰਤੇ। ਅੱਛਾ ਜੀ। ਜਵਾਬ ਮੰਗ ਲਿਆ, ਭਾਰਤ ਸਰਕਾਰ ਤੋਂ ਮੰਗ ਲਿਆ, ਜਿਹੜਾ ਸੈਂਟਰਲ ਵਿਜੀਲੈਂਸ ਕਮਿਸ਼ਨ ਹੈ ਉਹ ਤੋਂ ਮੰਗ ਲਿਆ ਜੀ, ਔਰ ਈਡੀ ਤੋਂ ਵੀ। ਡਾਇਰੈਕਟਰ ਈਡੀ ਨੂੰ ਵੀ ਪਾਰਟੀ ਬਣਾ ਲਿਆ, ਇਹਨਾਂ ਨੂੰ ਕਿਹਾ ਭਾਈ ਜਵਾਬ ਦਿਓ, ਤੁਸੀਂ ਜੋ ਗੱਲ ਸੁਪਰੀਮ ਕੋਰਟ ਨੇ ਕਹੀ ਸੀ ਇਹ ਵਾਰ-ਵਾਰ ਉਹਦੀ ਉਲੰਘਣਾ ਕਿਉਂ ਹੋ ਰਹੀ ਹੈ ਜੀ। ਹੁਣ ਉਹ ਜਵਾਬ ਦੇਣਗੇ ਜੀ, ਅੱਗੇ ਦੇਖਦੇ ਆਪਾਂ ਵੀ ਸੁਪਰੀਮ ਕੋਰਟ ਕੀ ਕਰਦੀ ਹੈ। ਪਰ ਮਾਮਲਾ ਮਤਲਬ ਅੱਜ ਕੱਲ੍ਹ ਜਿਹੜੀ ਹੈ ਨਾ ਅਦਾਲਤਾਂ ਦੇ ਮਾਮਲੇ 'ਚ ਸਰਗਰਮੀ ਦੇਖਣ ਨੂੰ ਮਿਲਦੀ ਹੈ। ਅਦਾਲਤਾਂ ਮਤਲਬ ਥੋੜ੍ਹਾ ਜਿਹਾ ਕਰਦੀਆਂ, ਠੀਕ ਹੈ, ਵਿੱਚ ਕਮੀ ਪੇਸ਼ੀ ਵੀ ਆ ਜਾਂਦੀ ਹੈ ਕਈ ਵਾਰੀ, ਪਰ ਜ਼ਿਆਦਾਤਰ ਮਾਮਲਿਆਂ ਦੇ ਵਿੱਚ ਅਦਾਲਤਾਂ ਜਿਹੜੀਆਂ ਉਹ ਠੀਕ ਭੂਮਿਕਾ ਨਿਭਾਉਂਦੀਆਂ, ਤੇ ਮੇਰੇ ਖਿਆਲ ਮੁਤਾਬਕ ਇਹ ਵੀ ਠੀਕ ਹੀ ਭੂਮਿਕਾ ਹੋਊਗੀ ਜੀ। ਤੇ ਢਿੱਲੋਂ ਸਾਹਿਬ, ਉਹ ਲਤੀਫਪੁਰੇ ਵਾਲੇ ਮਾਮਲੇ ਦੇ ਵਿੱਚ ਫਿਰ ਪਹੁੰਚ ਕੀ ਹੈ ਜੀ? ਖਾਲਸਾ ਏਡ ਵੀ ਤੇ ਹੋਰ ਵੀ ਸੱਜਣ, ਮੈਨੂੰ ਇਹ ਜਾਣਕਾਰੀ ਮਿਲੀ ਹੈ ਜੀ ਵੀ ਖਾਲਸਾ ਏਡ ਵਾਲੇ, ਕਿਉਂਕਿ ਪਹਿਲਾਂ ਵੀ ਖਾਲਸਾ ਏਡ ਵਾਲੇ ਜਿਹੜੇ ਹੈਗੇ ਰਵੀ ਸਿੰਘ ਹੋਣੀ, ਕੱਲ੍ਹ ਵੀ ਆਪਾਂ ਜ਼ਿਕਰ ਕੀਤਾ ਸੀ, ਉਹਨਾਂ ਦੀ ਇੱਕ ਜਿਹੜੀ ਆਡੀਓ ਵੀ ਦੇਖੀ ਹੈ, ਵੀਡੀਓ ਵੀ ਹੈ ਸ਼ਾਇਦ ਜੀ, ਜਿਹਦੇ ਵਿੱਚ ਉਹਨਾਂ ਨੇ ਬੜਾ ਬੁਰਾ ਮਨਾਇਆ ਹੈ ਕਿ ਜਿਹੜੀ ਲੈਂਗੁਏਜ ਇਸਤੇਮਾਲ ਕੀਤੀ ਹੈ ਇੱਕ ਪੁਲਿਸ ਅਧਿਕਾਰੀ ਨੇ, ਉਹ ਨਹੀਂ ਸੀ ਚਾਹੀਦੀ। ਫਿਰ ਵੱਖ-ਵੱਖ ਚੈਨਲਾਂ ਨੇ ਵੀ, ਵੱਖ-ਵੱਖ ਜਿਹੜੇ ਹੈਗੇ ਪਲੇਟਫਾਰਮ, ਵੈਬ ਚੈਨਲ ਲਾ ਲਓ, ਪ੍ਰਿੰਟ ਲਾ ਲਓ, ਇਲੈਕਟ੍ਰੋਨਿਕ ਮੀਡੀਆ ਲਾ ਲਓ, ਸਾਰੇ ਮੀਡੀਆ ਨੇ ਇਸ ਗੱਲ ਨੂੰ ਚੁੱਕਿਆ ਵੀ ਹੈ।
ਔਰ ਅੱਜ ਜਿਹੜੀ ਜਾਣਕਾਰੀ ਮਿਲਦੀ ਹੈ ਤਰਦੀ ਜੀ ਜਾਣਕਾਰੀ ਆਈ ਹੈ ਵੀ ਜੀ। ਸ਼ਾਇਦ ਖਾਲਸਾ ਏਡ ਵਾਲੇ ਵੀ ਉਹਨਾਂ ਦੀ ਮਦਦ ਵਾਸਤੇ ਪਹੁੰਚ ਗਏ ਹਾਂਜੀ। ਚਲੋ ਮਦਦ ਕਰਨਗੇ, ਵੈਲਕਮ ਹੈ ਜੀ, ਕਰਨੀ ਚਾਹੀਦੀ ਹੈ। ਹੂੰ ਤੇ ਅਗਲੀ ਗੱਲ ਇਹ ਹੈ ਕਿ ਮੈਂ ਸਾਡੇ ਲਈ ਇਹ ਖੁਸ਼ੀ ਦੀ ਗੱਲ ਵੀ ਹੈ ਕਿ ਜਿਹੜਾ ਆਪਾਂ ਇਸ ਪਲੇਟਫਾਰਮ ਤੋਂ ਗੱਲ ਕਰਦੇ ਹਾਂ ਉਹਦਾ ਅਸਰ ਜਿਹੜਾ ਹੈਗਾ ਸੰਸਾਰ ਵਿਆਪੀ ਹੁੰਦਾ ਹੈ। ਮੈਂ ਰਾਤੀ ਜਦੋਂ ਪ੍ਰੋਗਰਾਮ ਖਤਮ ਕਰਕੇ ਚਲਾ ਗਿਆ ਸੀ, ਕਿਉਂਕਿ ਮੈਂ ਸਵੇਰੇ ਅਰਲੀ ਉੱਠਣਾ ਹੁੰਦਾ, ਤੁਹਾਨੂੰ ਪਤਾ ਕੋਈ ਹੋਰ ਪਲੇਟਫਾਰਮ ਤੇ ਜਾਣਾ ਪੈਂਦਾ ਹੈ। ਮੈਂ ਆਪਣਾ ਫੋਨ ਬੰਦ ਕੀਤਾ, ਸਵੇਰੇ ਮੈਂ ਦੇਖਿਆ ਤੇ ਕੈਨੇਡਾ ਤੋਂ ਸਾਡੇ ਬਹੁਤ ਹੀ ਸੁਹਿਰਦ ਮਿੱਤਰ ਜੀ, ਆਪਣੇ ਲਿਸਨਰ ਸਾਡੇ ਨਾਲ ਬਹੁਤ, ਉਹਨਾਂ ਦੇ ਮਿੱਠੀ ਸਾਹਿਬ ਦਾ ਬੜਾ ਆਪਣੇ ਕੈਲਗਰੀ ਤੋਂ ਤੁਹਾਡੇ ਨਾਲ ਵੀ ਉਹਨਾਂ ਦਾ ਹੈਗਾ ਮੋਹ ਹੈ ਤੇ ਮੇਰੇ ਨਾਲ ਵੀ ਉਹਨਾਂ ਦਾ ਸਨੇਹ ਹੈ। ਮੈਂ ਦੇਖਿਆ ਵੀ ਉਹਨਾਂ ਦਾ ਫੋਨ ਹੈ, ਮੈਂ ਉਹਨਾਂ ਨੂੰ ਕਾਲ ਕੀਤੀ, ਮੈਂ ਕਿਹਾ ਜੀ ਕੀ ਗੱਲ ਹੋ ਗਈ ਭਾਜੀ, ਸੌਰੀ ਮੈਂ ਲੈ ਨਹੀਂ ਸਕਿਆ ਤੁਹਾਡੀ ਕਾਲ, ਰਾਤ ਬੰਦ ਸੀ ਮੋਬਾਈਲ। ਉਹਨਾਂ ਨੇ ਵੀ ਕਿਹਾ ਵੀ ਯਾਰ ਜੋ ਕੁਝ ਹੋ ਰਿਹਾ ਚੰਗਾ ਨਹੀਂ ਹੋ ਰਿਹਾ, ਔਰ ਉਹਨਾਂ ਨੇ ਸੰਬੰਧਿਤ ਜਿਹੜੇ ਅਧਿਕਾਰੀ ਸੀ ਜੀ, ਜਿਹੜੇ ਉਹਨਾਂ ਦੇ ਚੀਫ ਸੀਗੇ ਉਹਨਾਂ ਨਾਲ ਵੀ ਗੱਲ ਕੀਤੀ। ਹੂੰ ਉਹਨੇ ਕਿਹਾ ਵੀ ਇਹ ਗੱਲ ਠੀਕ ਹੈ। ਉਹ ਹੁਣ ਕਹਿੰਦੇ ਵੀ ਗੱਲ ਕਰੀਏ ਕੀ ਵੀ ਇਹ ਠੀਕ ਹੈ, ਇਹਦੇ ਵਿੱਚ ਜ਼ਿਆਦਾਤਰ ਤਾਂ ਗਰੀਬ ਲੋਕ ਹੈਗੇ ਜੀ, ਪਰ ਕੁਝ ਲੋਕ ਉਹ ਵੀ ਹੈ ਜਿਹੜੇ ਬੜੇ ਖਾਂਦੇ ਪੀਂਦੇ ਲੋਕ ਹੈ। ਇੱਕ ਤਾਂ ਕਹਿੰਦੇ ਕੋਈ ਕਾਲਜ ਦਾ ਮਾਲਕ ਹੈ ਜਿਹਦਾ ਉੱਥੇ ਹਿਸਾਬ ਕਿਤਾਬ ਬਣਿਆ, ਉਹ ਤਾਂ ਢਿੱਲੋਂ ਸਾਹਿਬ ਆਪਣੇ ਹਰ ਜਿਹੜੇ ਧੋਬੀਆਂ ਨੇ ਤੇ ਵੀ ਇਹੀ ਹਿਸਾਬ ਕਿਤਾਬ ਹੈ। ਇਹੀ ਧੋਬੀਆਂ ਦੀ ਨਾ ਗਰੀਬਾਂ ਦਾ ਵਰਤ ਕੇ ਤੇ ਵੱਡੇ ਲੋਕਾਂ ਨੇ ਕਬਜ਼ੇ ਕੀਤੇ, ਕਰਵਾਏ ਗਏ ਆ। ਤਾਂ ਕਿੱਲਿਆਂ 'ਚ ਇਹ ਤਾਂ ਕਿੱਲਿਆਂ 'ਚ ਨਾਲੇ ਹੈਰਾਨੀ ਦੀ ਗੱਲ ਹੈ ਢਿੱਲੋਂ ਸਾਹਿਬ, ਇਹਦੇ 'ਚ ਹੋਰ ਸਨਸਨੀਖੇਜ ਖੁਲਾਸਾ ਹੋਇਆ। ਪੁੱਡਾ ਦੀ ਫੇਜ਼ 3 ਦੀ ਜ਼ਮੀਨ ਅਕਵਾਇਰ ਹੋ ਗਈ, ਤੁਹਾਨੂੰ ਪਤਾ 9 ਕਿੱਲੇ ਇੱਕ ਨਿਕਲ ਗਈ, ਕੁਛ ਹੋਰ ਨਿਕਲ ਗਈ। ਜਿਹੜਾ ਪੁੱਡਾ ਦਾ ਨਾਇਬ ਤਹਿਸੀਲਦਾਰ ਸੀ ਹਾਂਜੀ, ਉਹਨੇ ਵੀ ਉਹਨਾਂ ਤੋਂ ਜ਼ਮੀਨ ਲੈ ਲਈ ਜੀ, ਵਧੀਆ ਥਾਂ ਦੇ ਉੱਤੇ ਕਬਜ਼ਾ ਦੇਣ ਦੀ, ਤੇ ਜਿਹੜਾ ਵਕੀਲ ਸੀ ਪੁੱਡਾ ਦਾ ਉਹ ਵੀ ਲੈ ਗਿਆ। ਸਾਰੇ ਉਹਨਾਂ ਦੇ ਨਾਲ ਸਿੱਧੀਆਂ ਰਜਿਸਟਰੀਆਂ ਹੋਈਆਂ ਜੀ। ਦੇਖੋ ਗੱਲ ਕੀ ਤੇ ਹੈ, ਕੋਈ ਬੰਦਾ ਇਹਨਾਂ ਦੀ ਪੜਤਾਲ ਨਹੀਂ ਕਰਦਾ ਵੀ ਪੁੱਡਾ 'ਚੋਂ ਜ਼ਮੀਨ ਨਿਕਲ ਕਿਵੇਂ ਗਈ। ਪੁੱਡਾ 'ਚੋਂ ਜ਼ਮੀਨ ਨਿਕਲ ਕਿਵੇਂ ਗਈ? ਆਮ ਤੌਰ ਤੇ ਸਾਡੇ ਇੱਥੇ ਇੱਕ ਮਿਲਟਰੀ ਲੈਂਡ ਐਕੁਜੀਸ਼ਨ ਦੇ ਵਿੱਚ ਪਟਵਾਰੀ ਹੁੰਦੇ ਸੀ, ਮੇਰੇ ਬੜੇ ਵਧੀਆ ਮਿੱਤਰ ਸੀ, ਹੁਣ ਇਸ ਦੁਨੀਆ 'ਚ ਨਹੀਂ ਰਹੇ। ਉਹ ਤੁਹਾਨੂੰ ਪਤਾ ਸਾਡਾ ਵੀ ਰੌਲਾ ਪਿਆ ਹੋਇਆ ਸੀਗਾ ਇੰਪਰੂਵਮੈਂਟ ਟਰਸਟ ਨਾਲ। ਮੈਨੂੰ ਕਹਿੰਦਾ ਤੁਸੀਂ ਜਿੱਦੇ ਕਿਉਂ ਨਹੀਂ? ਮੈਂ ਕਿਹਾ ਲੜਾਈ ਲੜੀ ਜਾਂਦੇ ਆ, ਕਿਰਪਾ ਹੋ ਗਈ, ਚਲੋ ਆਪਾਂ ਬਚ ਗਏ। ਮੈਂ ਕਿਹਾ ਲੜਾਈ ਲੜੀ ਜਾਂਦੇ। ਉਹ ਕਹਿੰਦਾ ਮੈਂ ਹੈਰਾਨ ਆ ਇਸ ਗੱਲ ਦੇ ਉੱਤੇ, ਸਰਕਾਰ ਤਾਂ ਕਦੇ ਜਿੱਤਦੀ ਨਹੀਂ ਹੋਈ, ਸਰਕਾਰ ਕਿਵੇਂ ਜਿੱਤ ਗਈ? ਮੈਂ ਕਿਹਾ ਯਾਰ ਤੂੰ ਮੈਨੂੰ ਇਹ ਦੱਸ ਵੀ ਸਰਕਾਰ ਕੋਲ ਤਾਂ ਸਾਧਨ ਬਣੇ, ਸਰਕਾਰ ਜਿੱਤਦੀ ਕਿਉਂ ਨਹੀਂ? ਕਿ ਸਰਕਾਰ ਹਾਰੂਗੀ ਕਿਵੇਂ? ਉਹ ਕਹਿੰਦਾ ਸਰਕਾਰ ਦਾ ਹਰ ਕਰਿੰਦਾ ਬਕਾਊ ਹੈ, ਖਰੀਦਣ ਵਾਲਾ ਚਾਹੀਦਾ, ਜਿਹਨੂੰ ਮਰਜ਼ੀ ਕਰ। ਉੱਥੇ ਫਿਰ ਵੱਡੇ ਬੰਦੇ ਖਰੀਦ ਜਾਂਦੇ ਸੀ, ਉਹ ਖਰੀਦ ਲੈਂਦੇ, ਉਹਨਾਂ ਦਾ ਉਹ ਕਰ ਲੈਂਦੇ ਜੀ। ਸੋ ਸ਼ੁਕਰੀਆ ਢਿੱਲੋਂ ਸਾਹਿਬ। ਬ੍ਰੇਕ ਤੁਹਾਡੇ ਤੋਂ ਇਜਾਜ਼ਤ ਲੈਣਾ ਜੀ ਹੁਣ। ਸੋ ਇੱਥੇ ਹੀ ਪ੍ਰੋਗਰਾਮ ਸਮਾਪਤ ਕਰ।